ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਮੋਹਿਤ ਰੂਬਲ ਤੇ ਇੱਕ ਵਾਰ ਫੇਰ ਲੈ ਕੇ ਹਾਜ਼ਰ ਹੋ ਗਿਆ ਪ੍ਰੋਗਰਾਮ ਇਲੈਕਸ਼ਨ ਆਰ। ਦੋਸਤੋ, ਜਿਵੇਂ ਜਿਵੇਂ ਅਸੀਂ ਇਲੈਕਸ਼ਨਾਂ ਵੱਲ ਵੱਧ ਰਹੇ ਹਾਂ ਉਵੇਂ ਉਵੇਂ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਨੇਤਾਵਾਂ ਦੇ ਜਿਹੜੇ ਬਿਆਨ ਨੇ ਹਰ ਰੋਜ਼ ਸਾਹਮਣੇ ਆ ਰਹੇ ਨੇ। ਪਰ ਇਹਨਾਂ ਬਿਆਨਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਜਿਹੜਾ ਇਹਨਾਂ ਦਾ ਮਿਆਰ ਹੈ ਉਹ ਕਾਫੀ ਡਿੱਗ ਰਿਹਾ। ਇੱਕ ਗਲਤ ਅਕਸ, ਇੱਕ ਗਲਤ ਪਰਿਭਾਸ਼ਾ ਜਿਹੜੀ ਹੈ ਲੋਕਾਂ ਦੇ ਵਿੱਚ ਜਾ ਰਹੀ ਹੈ। ਸੋ ਇਸ ਅਹਿਮ ਮੁੱਦੇ ਦੇ ਉੱਪਰ ਲੈ ਕੇ ਅੱਜ ਜਿਹੜੀ ਅੱਜ ਸਾਡੀ ਵਿਚਾਰ ਚਰਚਾ ਜਿਹੜੀ ਉਹ ਅੱਜ ਹੋਵੇਗੀ। ਐਂਡ ਅੱਜ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਤੋਂ ਮਨਿੰਦਰਪਾਲ ਸਿੰਘ ਪੱਲਾਸੋਰ ਜੀ, ਆਮ ਆਦਮੀ ਪਾਰਟੀ ਤੋਂ ਨੇ ਸਾਡੇ ਨਾਲ ਕਸ਼ਮੀਰ ਸਿੰਘ ਮੱਲੀ ਜੀ ਤੇ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਅਰਸ਼ਦੀਪ ਸਿੰਘ ਕਲੇਰ। ਸੋ ਇਹਨਾਂ ਤਿੰਨਾਂ ਦੋਸਤਾਂ ਦਾ ਮੈਂ ਸਵਾਗਤ ਕਰਦਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਮੌਜੂਦਾ ਪਾਰਟੀ ਹੈ, ਮੌਜੂਦਾ ਜਿਹੜੇ ਪੰਜਾਬ ਸਰਕਾਰ ਦੇ ਉੱਪਰ ਜਿਹੜਾ ਦੀ ਪਾਰਟੀ ਹੈ ਕਾਂਗਰਸ ਦੀ, ਉਹਨਾਂ ਵੱਲ ਮੈਂ ਸਵਾਲ ਕਰਦਾ ਵਾਂ। ਪੱਲਾਸੋਰ ਜੀ ਨੂੰ ਪੁੱਛਦਾ ਵਾਂ ਕਿ ਸਰ ਤੁਸੀਂ ਦੱਸੋ ਕਿ ਜੋ ਅੱਜ ਕੱਲ੍ਹ ਦੇ ਜਿਹੜੇ ਬਿਆਨ ਜਿਹੜੇ ਹੋ ਰਹੇ ਨੇ ਇਕੱਲੇ ਕਾਂਗਰਸ ਵੱਲੋਂ ਨਹੀਂ, ਤਿੰਨੋਂ ਪਾਰਟੀਆਂ ਵੱਲੋਂ ਹੋ ਰਹੇ ਨੇ, ਉਹਨਾਂ ਸਾਰੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੋਹਿਤ ਜੀ, ਸਭ ਤੋਂ ਪਹਿਲਾਂ ਵਿਜ਼ਨ ਪੰਜਾਬ ਦੇ ਇਸ ਉਪਰਾਲੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਾਡੇ ਸਾਰੇ ਵੇਖਣ ਵਾਲਿਆਂ ਨੂੰ ਤੇ ਦੂਜੇ ਪੈਨਲਿਸਟ ਮੇਰੇ ਨਾਲ ਮੱਲੀ ਸਾਹਿਬ ਬੈਠੇ ਨੇ, ਕਲੇਰ ਸਾਹਿਬ ਬੈਠੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡਾ ਅੱਜ ਦਾ ਵਿਸ਼ਾ ਵਾਕਿਆ ਹੀ ਬਹੁਤ ਵੱਡੀ ਤਵੱਜੋ ਮੰਗਦਾ ਹੈ। ਮੋਹਿਤ ਜੀ, ਅਸੀਂ ਸਾਰੇ ਪੰਜਾਬ ਦੇ ਰਹਿਣ ਵਾਲੇ ਹਾਂ ਤੇ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ, ਪੰਜਾਬ ਦੀ ਧਰਤੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੇਧ ਸਾਡੇ ਗੁਰੂ ਸਾਹਿਬਾਨ ਤੋਂ ਤੇ ਸਾਡੇ ਗੁਰੂ ਸਾਹਿਬ ਦੀ ਬਾਣੀ ਤੋਂ ਮਿਲਦੀ ਜੀ। ਅੱਜ ਦਾ ਵੀ ਤੁਹਾਡਾ ਜਿਹੜਾ ਡਿਸਕਸ਼ਨ ਦਾ ਸੰਦਰਭ ਹੈ, ਅਸੀਂ ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਬੜੀ ਵੱਡੀ ਸੇਧ ਇਹਦੇ ਵਿੱਚ ਮਿਲਦੀ ਹੈ। ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਸ ਸੁਣੀਏ ਕਿਸ ਕਹੀਏ। ਵਿਚਾਰ ਚਰਚਾ, ਵਿਚਾਰਾਂ ਦਾ ਆਦਾਨ ਪ੍ਰਦਾਨ ਗੁਰੂ ਸਾਹਿਬ ਨੇ ਵੀ ਕਰਨ ਵਾਸਤੇ ਜਿਹੜੀ ਹੈ ਉਹ ਸਾਨੂੰ ਸੇਧ ਦਿੱਤੀ ਹੈ ਜੀ। ਬਟ ਉਹਨਾਂ ਵਿਚਾਰਾਂ ਦੀ ਭਾਵਨਾ ਤੱਕ ਆਦਾਨ ਪ੍ਰਦਾਨ ਰਹਿਣਾ ਚਾਹੀਦਾ। ਤੁਸੀਂ ਜਿਹੜੀ ਅੱਜ ਗੱਲ ਕੀਤੀ ਹੈ, ਜਿਹੜਾ ਲੈਵਲ, ਜਿਹੜਾ ਮਿਆਰ ਗਿਰਿਆ, ਉਹ ਮੇਰਾ ਖਿਆਲ ਹੈ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ, ਬਲੇਮ ਕਰਨ ਵਾਲੇ ਦਾ ਕੋਈ ਫਾਇਦਾ ਨਹੀਂ ਹੋਣਾ। ਸਿਰਫ ਸਿਸਟਮ ਦੇ ਵਿੱਚ ਅਸੀਂ ਇੱਕ ਗੰਧਲਾਪਨ ਜਿਹੜਾ ਉਹ ਪੈਦਾ ਕਰ ਰਹੇ ਹਾਂ। ਰਾਜਨੀਤੀ ਦੇ ਵਿੱਚ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਰਾਜਨੀਤੀ ਵਿਚਾਰ ਚਰਚਾ ਦਾ ਬਹੁਤ ਉੱਚਾ ਮਾਧਿਅਮ ਹੈ, ਜਿਹੜਾ ਉੱਚਾ ਰਹਿਣਾ ਚਾਹੀਦਾ ਜੀ। ਆਮ ਆਦਮੀ ਪਾਰਟੀ ਤੋਂ ਮੈਂ ਕਸ਼ਮੀਰ ਸਿੰਘ ਮੱਲੀ ਜੀ ਤੋਂ ਜਾਣਨਾ ਚਾਹਾਂਗਾ ਕਿ ਉਹਨਾਂ ਦੀ ਕੀ ਰਾਏ ਆ, ਕਿ ਉਹਨਾਂ ਦੀ ਪਾਰਟੀ ਦੇ ਜਿਹੜੇ ਨੁਮਾਇੰਦਗੇ ਨੇ ਜਾਂ ਜਿਹੜੇ ਹੋਰ ਪਾਰਟੀ ਦੇ ਜਿਹੜੇ ਨੇਤਾ ਲੋਕ ਨੇ ਜੋ ਇਹੋ ਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ, ਜੋ ਲੋਕਾਂ 'ਚ ਗਲਤ ਮੈਸੇਜ ਆ ਰਿਹਾ, ਉਹਨਾਂ ਬਾਰੇ ਉਹਨਾਂ ਦਾ ਕੀ ਵਿਚਾਰ ਹੈ? ਕਿਉਂਕਿ ਬਹੁਤ ਜੀ ਗੱਲ ਇਸ ਤਰ੍ਹਾਂ ਹੈਗੀ ਆ ਤੇ ਕੋਈ ਜ਼ਮਾਨਾ ਹੁੰਦਾ ਸੀਗਾ ਜਦੋਂ ਮੁੱਦੇ ਉੱਪਰ ਜਿਹੜੀ ਰਾਜਨੀਤੀ ਕੀਤੀ ਜਾਂਦੀ ਸੀਗੀ, ਹਰੇਕ ਪਾਰਟੀ ਆਪਣੇ ਮੁੱਦੇ ਦੱਸਦੀ ਸੀਗੀ ਔਰ ਰਾਜਨੀਤੀ ਕਰਦੀ ਸੀਗੀ। ਪਰ ਬੜੇ ਅਫਸੋਸ ਔਰ ਉਦੋਂ ਲੋਕਾਂ ਦਾ, ਚਾਹੇ ਵਿਰੋਧੀ ਪਾਰਟੀ ਵੀ ਸੀਗੇ, ਸਾਰੇ ਆਪਣੇ ਆਪ 'ਚ ਬਹੁਤ ਤਾਲਮੇਲ ਹੁੰਦਾ। ਸਾਡੇ ਨੇਤਾਵਾਂ ਹੁੰਦੇ ਸੀਗੇ ਜਾਂ ਸਾਡੇ ਜਿਹੜੇ ਵਰਕਰ ਹੁੰਦੇ ਹੈਗੇ ਆ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਥੋੜੇ ਸਮੇਂ ਤੋਂ ਇਹ ਜਿਹੜੇ ਆ ਇੰਡੀਵਿਜੂਅਲੀ ਜਿਹੜੇ ਐਲੀਗੇਸ਼ਨ ਆਉਣ ਲੱਗ ਪਏ ਆ, ਜਿਹੜੇ ਕਿ ਸਿਆਸਤ ਵਿੱਚ ਨਹੀਂ ਹੋਣੇ ਚਾਹੀਦੇ। ਹਮੇਸ਼ਾ ਜਿਹੜੇ ਸਿਆਸਤ ਹੈਗੇ ਆ ਮੁੱਦਾ ਉਪਰ ਹੋਣੇ ਚਾਹੀਦੇ ਆ। ਤੁਸੀਂ ਆਪਣੇ ਮੁੱਦੇ ਦੱਸੋ ਵੀ ਸਾਡੇ ਆਹ ਮੁੱਦੇ ਹੈਗੇ ਆ, ਸਾਡੇ ਆਹ ਮੈਨੀਫੈਸਟੋ ਹੈਗੇ ਆ, ਅਸੀਂ ਇਸ ਤਰ੍ਹਾਂ ਜਿਹੜਾ ਇਹਨੂੰ ਹੱਲ ਕਰਾਂਗੇ। ਜਿਹੜੇ ਇੰਡੀਵਿਜੂਅਲ ਲੈਵਲ ਤੇ ਐਲੀਗੇਸ਼ਨ ਲੱਗਣ ਲੱਗ ਪਏ ਹੈਗੇ ਆ, ਉਹ ਜਿਹੜੀ ਮਿਆਰ ਹੈਗੇ ਨਾ ਬਹੁਤ ਘੱਟ ਗਿਆ ਹੈਗਾ ਆ। ਉਹ ਜਿਹੜਾ ਕਿ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਹੋਏਗਾ। ਇੰਡੀਵਿਜੂਅਲਿਟੀ ਦੇ ਤੌਰ ਤੇ ਇੱਕ ਦੂਜੇ ਨਾਲ ਦੁਸ਼ਮਣ ਦੇ ਤੌਰ ਤੇ ਦੇਖਣ ਲੱਗ ਪਿਆ, ਜਿਹੜੀ ਕਿ ਸਮਾਜ ਦੇ ਵਿੱਚ ਬਹੁਤ ਗਲਤ ਰੀਤ ਹੋਏਗੀ। ਔਰ ਮੈਂ ਤਾਂ ਇਹ ਰਿਕੁਐਸਟ ਕਰਦਾ ਹਾਂ, ਜਿਹਨੇ ਪੋਲੀਟੀਸ਼ੀਅਨ ਹੈਗਾ, ਚਾਹੇ ਕਿਸੇ ਵੀ ਪਾਰਟੀ ਦੇ ਪੋਲੀਟੀਸ਼ੀਅਨ ਹੋ ਗਏ ਆ, ਭਾਈ ਤੁਸੀਂ ਆਪਣੇ ਮੁੱਦੇ ਦੱਸੋ ਲੋਕਾਂ ਨੂੰ ਔਰ ਆਪ ਚ ਤੁਸੀਂ ਪਿਆਰ ਨਾਲ ਰਹੋ, ਪਿਆਰ ਨਾਲ ਗੱਲਬਾਤ ਕਰੋ, ਪਿਆਰ ਨਾਲ ਮਿਲੋ। ਇੰਡੀਵਿਜੂਅਲ ਜਿਹੜੇ ਇੱਕ ਦੂਜੇ ਦੇ ਦੁਸ਼ਮਣਬਾਜ਼ੀ ਹੈਗੀ ਆ, ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ। ਵਾਕਈ ਮੈਂ ਹੁਣ ਅਗਲਾ ਜਿਹੜਾ ਸਵਾਲ ਹੈ ਅਰਸ਼ਦੀਪ ਤੋਂ ਪੁੱਛਦਾ ਵਾਂ ਤੇ ਨਾਲ ਇਹ ਵੀ ਕਹਿਣਾ ਕਿ ਲੋਕਾਂ ਦੇ ਵਿੱਚ ਇੱਕ ਨਾ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਹੈ, ਪਰ ਲੋਕਾਂ ਦੇ ਵਿੱਚ ਨਾ ਹੁਣ ਗਾਲਾਂ ਜਿਹੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ, ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਕਲੀਅਰ ਜੀ, ਤੁਸੀਂ ਕੀ ਕਹਿੰਦੇ ਹੋ, ਕਿ ਤੁਹਾਡਾ ਕੀ ਵਿਚਾਰ ਇਸ ਪੂਰੇ ਮੁੱਦੇ ਦੇ ਬਾਰੇ? ਮੋਹਿਤ ਜੀ, ਦੇਖੋ, ਮੈਂ ਇਹ ਗੱਲ ਕਹਿਣਾ ਕਿ ਜਿਹੜੀ ਰਾਜਨੀਤੀ ਹੈ, ਰਾਜਨੀਤੀ ਹਮੇਸ਼ਾ ਹੀ ਮੁੱਦਿਆਂ ਦੇ ਆਧਾਰਿਤ ਹੋਣੀ ਚਾਹੀਦੀ ਹੈ। ਤੁਸੀਂ ਆਪਣੇ ਕੰਮਾਂ ਨੂੰ ਲੋਕਾਂ ਦੇ ਤੱਕ ਪਹੁੰਚਾਓ। ਔਰ ਇਹ ਨਹੀਂ, ਅਗਰ ਤੁਸੀਂ ਪੰਜਾਬ ਨੂੰ ਦੇਖੋਗੇ, ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਉਹਦੇ ਜਿਹੜੇ ਲੋਕ ਨੇ ਉਹਨਾਂ ਨੇ ਹਮੇਸ਼ਾ ਇਸ ਰਾਜਨੀਤੀ ਨੂੰ ਨਕਾਰਿਆ।
ਮੈਂ ਉਰੇ ਕਿਸੇ ਦਿਨ ਲਾ ਕੇ ਗੱਲ ਨਹੀਂ ਕਹਿਣੀ ਚਾਹੁੰਦਾ ਜਾਂ ਕਿਸੇ ਪਾਰਟੀ ਦੇ ਪ੍ਰਤੀ ਨਹੀਂ ਕਹਿਣੀ ਚਾਹੁੰਦਾ, ਪਰ ਤੁਸੀਂ ਦੇਖਿਆ ਹੋਣਾ ਕਿ 2007 ਦੇ ਵਿੱਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਫੀ ਜ਼ਿਆਦਾ ਐਸੀ ਭਾਸ਼ਾ ਵਰਤਦੇ ਸੀ, ਪੰਜਾਬ ਨੇ ਨਕਾਰਿਆ। 2012 ਦੇ ਵਿੱਚ ਉਹਨਾਂ ਨੇ ਖੁੰਡਾ ਚੱਕਿਆ ਕਿ ਮੈਂ ਖੁੰਡੇ ਨਾਲ ਸਿੱਧਾ ਕਰੂੰ, ਲੋਕਾਂ ਨੇ ਉਹ ਗੱਲ ਨਕਾਰੀ। ਔਰ ਅੱਜ ਮੈਂ ਸਪੈਸ਼ਲੀ ਨਾਮ ਲੈ ਕੇ ਕਹਿਣਾ ਚਾਹੁੰਦਾ ਕਿ ਇਹਨੂੰ ਕਿਤੇ ਪਰਸਨਲ ਕਮੈਂਟ ਨਾ ਲਿਆ ਜਾਵੇ। ਜਿਸ ਤਰੀਕੇ ਦੀ ਸ਼ਬਦਾਵਲੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਸਟੇਜਾਂ ਤੇ, ਚਾਹੇ ਉਹ ਕਿੱਕਲੀ ਪਾ ਕੇ, ਚਾਹੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ, ਕਿਉਂਕਿ ਉਹ ਤਾਂ ਬਾਬੇ ਨਾਨਕ ਦੇ ਫਲਸਫੇ ਤੋਂ ਵੀ ਦੂਰ ਚਲੇ ਗਏ ਕਿ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ। ਉਹਨਾਂ ਨੇ ਸਟੇਜਾਂ ਤੋਂ ਓਪਨਲੀ ਮਾੜੀ ਭਾਸ਼ਾ ਵਰਤੀ, ਲੋਕਾਂ ਨੇ 2017 ਦੇ ਵਿੱਚ ਉਹ ਵੀ ਨਕਾਰੀ। ਔਰ ਅੱਜ ਉਸੇ ਰਾਹ ਦੇ ਉੱਤੇ ਨਵਜੋਤ ਸਿੱਧੂ ਤੁਰੇ ਹੋਏ ਨੇ। ਕਿਸ ਤਰੀਕੇ ਦੇ ਨਾਲ ਪੰਜਾਬ ਦੇ ਰਿਸ਼ਤਿਆਂ ਨੂੰ, ਸਾਡੇ ਰਿਸ਼ਤਿਆਂ ਨੂੰ ਵੀ ਅਪਮਾਨਿਤ ਕਰਨ ਦੀ ਕੋਸ਼ਿਸ਼ ਸਟੇਜਾਂ ਤੋਂ ਜਿਹੜੀ ਕੀਤੀ ਜਾ ਰਹੀ ਹੈ। ਵਿਜ਼ਨ ਦੀ ਗੱਲ ਨਾ ਨਵਜੋਤ ਸਿੱਧੂ ਕਰਦੇ ਨੇ, ਵਿਜ਼ਨ ਦੀ ਗੱਲ ਨਾ ਕੋਈ ਆਮ ਆਦਮੀ ਪਾਰਟੀ ਕਰ ਰਹੀ ਹੈ। ਸਿਰਫ ਇੱਕ ਗੱਲਾਂ ਦੇ ਨਾਲ ਔਰ ਇੱਕ ਮਾੜੀ ਸ਼ਬਦਾਵਲੀ ਦੇ ਨਾਲ ਜੇ ਆਪਾਂ ਰਾਜਨੀਤੀ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਉਹ ਮਾੜੀ ਗੱਲ ਹੈ ਜੀ। ਔਰ ਮੈਂ ਤਾਂ ਦੋਨੇ ਪਾਰਟੀਆਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਰਹੀ ਹੈ, 2007 ਤੋਂ 17 ਰਹੀ ਹੈ, ਤੁਸੀਂ ਉਹ ਸਰਕਾਰ ਦੀ ਪਾਲਿਸੀਆਂ ਦੀ ਖਾਮੀ ਗਿਣਾਓ, ਤੁਸੀਂ ਉਹ ਸਰਕਾਰ ਦੇ ਕੀਤੇ ਕੰਮਾਂ ਨੂੰ ਦੱਸੋ, ਜੇ ਕੋਈ ਗਲਤ ਹੋਇਆ ਜਾਂ ਸਹੀ ਹੋਇਆ। ਤੁਸੀਂ ਅਗਰ ਕੋਈ ਸਰਕਾਰ ਦੇ ਵਿੱਚ ਕਿਸੇ ਨੇ ਕੋਈ ਘਪਲਾ ਕੀਤਾ ਉਹ ਲੋਕਾਂ ਦੇ ਸਾਹਮਣੇ ਰੱਖੋ। ਪਰ ਇਸ ਤਰੀਕੇ ਦੇ ਨਾਲ 6 ਫੁੱਟ 4 ਇੰਚ ਕਹਿਣਾ, ਤੁਸੀਂ ਕਹਿਣਾ ਕਿ ਸਾਲਾ, ਜਾਂ ਐਸੇ ਜਿਹੜੀਆਂ ਸ਼ਬਦਾਵਲੀਆਂ ਨੇ, ਇਹ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਦੇ ਵਿੱਚ ਇਹਨਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸਿਰਫ ਮੁੱਦਿਆਂ ਤੇ ਕੇਂਦਰਿਤ ਰਾਜਨੀਤੀ ਹੋਣੀ ਚਾਹੀਦੀ। ਆਪਣੇ ਕੰਮਾਂ ਨੂੰ ਲੈ ਕੇ ਜਾਓ, ਵਿਰੋਧੀ ਦੇ ਕੰਮਾਂ ਨਾਲ ਕੰਪੈਰੀਜ਼ਨ ਕਰੋ ਔਰ ਲੋਕਾਂ ਦੇ ਉੱਤੇ ਛੱਡ ਦਿਓ ਕਿ ਕਿਹਨੇ ਕਿਹਨੂੰ ਵੋਟ ਕਰਨਾ। ਜੀ ਵਾਕਈ ਜੀ, ਜਿਹੜੀ ਤੁਸੀਂ ਗੱਲ ਕਹੀ ਬਿਲਕੁਲ ਸਹੀ ਆਖੀ ਹੈ। ਤੇ ਮੈਂ ਪੱਲਾ ਸੌਰ ਜੀ ਤੋਂ ਵੀ ਇਹੀ ਗੱਲ ਪੁੱਛਦਾ ਕਿ ਪੱਲਾ ਸੌਰ ਜੀ, ਕਿ ਤੁਸੀਂ ਪਾਵਰ ਵਿੱਚੋਂ, ਠੀਕ ਹੈ, ਤੁਹਾਡੇ ਤੋਂ ਆਪ ਦੇ ਮੁੱਦੇ ਹੋਣੇ ਚਾਹੀਦੇ ਨੇ ਕਿ ਅਸੀਂ ਆਹ ਕੰਮ ਕੀਤਾ ਸੀ, ਉਹ ਕੰਮ ਕੀਤਾ, ਪਰ ਤੁਹਾਡੇ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੇ, ਉਹ ਕਈ ਵਾਰ ਜਾਨਵਰਾਂ ਨਾਲ ਤੁਲਨਾ ਕਰ ਦਿੰਦੇ ਨੇ। ਕਿਸੇ ਨੂੰ ਚੋਰ ਕਹਿ ਦੇਣਾ, ਕਿਸੇ ਨੂੰ ਠੱਗ ਕਹਿ ਦੇਣਾ, ਇਹ ਚੰਗੀ ਸ਼ਬਦਾਵਲੀ ਨਹੀਂ ਹੈ। ਲੋਕਾਂ ਦੇ ਵਿੱਚ ਗਲਤ ਮੈਸੇਜ ਆ ਰਿਹਾ ਹੈ ਤੇ ਤੁਹਾਡੇ ਬਾਰੇ ਵੀ ਇੱਕ ਗਲਤ ਇਮੇਜ ਜਿਹੜੀ ਹੈ ਕ੍ਰੀਏਟ ਹੋ ਰਹੀ ਹੈ ਲੋਕਾਂ ਦੇ ਵਿੱਚ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਪ੍ਰਤੀਕਰਮ ਜਦੋਂ ਵੀ ਕਿਸੇ ਗੱਲ ਦਾ ਆਉਂਦਾ, ਉਹ ਜਿਸ ਤਰ੍ਹਾਂ ਦੀ ਗੱਲ ਹੋਵੇ, ਜਿਸ ਤਰ੍ਹਾਂ ਦਾ ਰਿਐਕਸ਼ਨ ਹੋਵੇ, ਉਸ ਤਰ੍ਹਾਂ ਦਾ ਉਹਦਾ ਪ੍ਰਤੀਕਰਮ ਆਉਂਦਾ। ਮੇ ਵੀ ਤੁਸੀਂ ਨਾਮ ਲੈ ਕੇ ਕਹਿ ਰਹੇ ਹੋ ਨਵਜੋਤ ਸਿੰਘ ਸਿੱਧੂ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ, ਜਾਂ ਮੈਂ ਨਾਮ ਨਹੀਂ ਲਵਾਂਗਾ, ਪਰ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਜੇ ਕਿਸੇ ਨੂੰ ਕਿਸੇ ਦੇ ਕਿਰਦਾਰ ਤੇ ਕਦੀ ਠੋਕੋ ਤਾਲੀ, ਕਦੀ ਕਦੀ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਆਪਾਂ ਨਚਾਰ ਤੱਕ ਕਹਿੰਦੇ ਆ, ਆਪਾਂ ਸਾਰਾ ਕੁਝ ਕਰਦੇ, ਉਹਦੇ ਨਾਲ ਉਹਦਾ ਪ੍ਰਤੀਕਰਮ ਜਦੋਂ ਆਉਂਦਾ ਉਹ ਫਿਰ ਉਸ ਤੋਂ ਵੀ ਮਾੜਾ ਹੁੰਦਾ ਜੀ। ਜਦੋਂ ਕਿ ਜਿਵੇਂ ਮੱਲੀ ਸਾਹਿਬ ਨੇ ਕਿਹਾ, ਮੁੱਦਿਆਂ ਦੀ ਗੱਲ ਚੱਲਣੀ ਚਾਹੀਦੀ ਹੈ, ਰਾਜਨੀਤਿਕ ਪਲੇਟਫਾਰਮ ਤੇ ਰਾਜਨੀਤਿਕ ਗੱਲਾਂ ਹੋਣੀਆਂ ਚਾਹੀਦੀਆਂ ਨੇ। ਅਸਲ ਦੇ ਵਿੱਚ ਕੀ ਹੈ ਕਿ ਪੋਲੀਟੀਕਲ ਪਾਰਟੀਆਂ, ਸਿਆਸੀ ਜਮਾਤਾਂ ਦਾ ਜਿਹੜਾ ਅਸਲ ਮਕਸਦ ਸੀ ਸਿਆਸੀ ਪ੍ਰੋਗਰਾਮ ਦੇਣੇ ਤੇ ਸਿਆਸੀ ਪ੍ਰੋਗਰਾਮਾਂ ਦੇ ਮੁਤਾਬਕ ਚੱਲਣਾ, ਉਹਦੇ ਤੋਂ ਹਟ ਕੇ ਸਮੂਹ ਸਿਆਸੀ ਕਲਚਰ ਜਾਤੀਵਾਦ ਤੇ ਆ ਗਿਆ, ਸ਼ਖਸੀਅਤਵਾਦ ਤੇ ਆ ਗਿਆ। ਉਹ ਸ਼ਖਸੀਅਤਵਾਦ ਦੇ ਵਿੱਚ ਮੈਂ ਭਾਰੀ ਹੋ ਗਈ ਹੈ, ਜਮਾਤ ਭਾਰੀ ਨਹੀਂ ਰਹੀ ਜੀ। ਔਰ ਉਹਦੇ ਵਿੱਚ ਜਦੋਂ ਤੁਸੀਂ ਮੈਂ ਭਾਰੀ ਦੀ ਗੱਲ ਕਰਦੇ ਹੋ, ਫਿਰ ਮੈਂ ਚਾਹਾਂਗਾ ਕਿ ਜੇ ਮੈਂ ਆਪਣੇ ਆਪ ਨੂੰ ਭਾਰੀ ਕਰਨਾ ਹੈ ਤੇ ਮੈਂ ਮੱਲੀ ਸਾਹਿਬ ਤੇ ਕੋਈ ਇਲਜ਼ਾਮ ਲਾਵਾਂ, ਮੈਂ ਕਲੇਰ ਸਾਹਿਬ ਤੇ ਕੋਈ ਇਲਜ਼ਾਮ ਲਾਵਾਂ, ਕਲੇਰ ਸਾਹਿਬ ਜਾਣਗੇ, ਮੈਂ ਇਹਦੇ ਤੇ ਕੋਈ ਲਾਵਾਂ। ਜਦੋਂ ਕਿ ਡਿਸਕਸ਼ਨ ਤਾਂ ਜਮਾਤ ਦੀ ਹੋਣੀ ਹੈ। ਕੋਈ ਵੀ ਬਿਆਨ ਦਿੱਤੇ ਜਾਣੇ ਨੇ ਉਹ ਤਾਂ ਜਮਾਤ ਲਈ ਦਿੱਤੇ ਜਾਣੇ ਨੇ। ਉਹਦੇ ਚ ਸ਼ਖਸੀਅਤਾਂ ਦੇ ਨਾਂ ਲੈ ਕੇ ਕੋਈ ਲੰਬੂ, ਕੋਈ ਸਾਲਾ, ਕੋਈ ਦੂਜੇ, ਕੋਈ ਤੀਜੇ, ਇਹ ਗੱਲਾਂ ਕਿਉਂ ਆਉਂਦੀਆਂ ਜੀ? ਇਹ ਨਹੀਂ ਆਉਣੀਆਂ ਚਾਹੀਦੀਆਂ। ਪਾਰਟੀ ਪ੍ਰੋਗਰਾਮਾਂ ਦੀ ਗੱਲ ਹੋਣੀ ਚਾਹੀਦੀ ਹੈ। ਪਾਰਟੀ ਪ੍ਰੋਗਰਾਮਾਂ ਦੇ ਵਿੱਚ ਪਿਛਲੇ ਕੀਤੇ ਕੰਮਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ। ਪਿਛਲੇ ਕੀਤੇ ਕੰਮਾਂ ਦੇ ਵਿੱਚ ਵੀ ਜੇ ਅਸੀਂ ਮੰਨਦੇ ਹਾਂ ਕਿ ਤਾਕਤ ਦਾ ਗਲਤ ਦੁਰਉਪਯੋਗ ਜਿਹੜਾ ਉਹ ਕਿਸੇ ਬੰਦੇ ਨੇ ਕਰ ਲਿਆ, ਤਾਂ ਅਸੀਂ ਬਜਾਏ ਅਸੀਂ ਕਿ ਉਸ ਬੰਦੇ ਦੀ ਸ਼ਖਸੀਅਤ ਨੂੰ ਨਿੰਦੀਏ, ਸਾਨੂੰ ਚਾਹੀਦਾ ਤਾਂ ਇਹ ਹੈ ਕਿ ਉਸ ਬੰਦੇ ਨੇ ਜਿਸ ਪਾਰਟੀ ਦੀ ਤਾਕਤ ਦਾ ਦੁਰਉਪਯੋਗ ਕੀਤਾ, ਉਸ ਬੰਦੇ ਦਾ ਡਿਸਕ੍ਰੈਡਿਟ ਵੀ ਉਸ ਪਾਰਟੀ ਨੂੰ ਦੇਣ ਦੀ ਕੋਸ਼ਿਸ਼ ਕਰੀਏ, ਪਾਰਟੀ ਦੀ ਗੱਲ ਕਰੀਏ, ਨਾ ਕਿ ਬੰਦਿਆਂ ਦੀ ਦੁਰਭਾਵਨਾ ਦੀ ਗੱਲ ਕਰੀਏ ਜੀ। ਵਾਕਈ ਚਾਹੀਦਾ ਤਾਂ ਇਹ ਵੀ ਹੈ ਕਿ ਅਸੀਂ ਇੱਕ ਜੈਂਡਰ ਦੀ ਰਿਸਪੈਕਟ ਕਰੀਏ, ਅਸੀਂ ਕਿਸੇ ਦੀ ਉਮਰ ਦੀ ਰਿਸਪੈਕਟ ਕਰੀਏ, ਪਰ ਅਫਸੋਸ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਨੂੰ ਅਸੀਂ ਜੇਕਰ ਦੇਖੀਏ ਤਾਂ ਸਭ ਕੁਝ ਨਹੀਂ ਹੋ ਰਿਹਾ। ਸੋ ਮੈਂ ਹੁਣ ਜਿਹੜਾ ਅਗਲਾ ਸਵਾਲ ਜਿਹੜਾ ਹੈ ਮੈਂ ਕਸ਼ਮੀਰ ਸਿੰਘ ਮੱਲੀ ਜੀ ਨੂੰ ਪੁੱਛਦਾ ਵਾਂ ਕਿ ਤੁਹਾਡੀ ਪਾਰਟੀ ਦੇ ਉੱਪਰ ਵੀ ਇਲਜ਼ਾਮ ਹੈ ਕਿ ਤੁਸੀਂ ਵੀ ਜਿਹੜੀ ਸ਼ਬਦਾਵਲੀ ਸਹੀ ਨਹੀਂ ਵਰਤੀ ਜਾ ਰਹੀ, ਖਾਸ ਕਰਕੇ ਭਗਵੰਤ ਮਾਨ ਦੇ ਉੱਪਰ ਇਲਜ਼ਾਮ ਹੈ ਕਿ ਉਹ ਟੀਚਰਬਾਜੀ ਬਹੁਤ ਕਰਦੇ ਨੇ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਇਸ ਤਰ੍ਹਾਂ ਹੈਗਾ ਵੀ ਕੋਈ ਜਿੱਦਾਂ ਕਲੇਜ ਨੇ ਦੱਸਿਆ ਹੈਗਾ ਵੀ
ਅਸੀਂ ਨਹੀਂ ਚਾਹੁੰਦੇ ਹੈਗੇ ਕੋਈ ਇੰਡੀਵਿਜੂਅਲੀ ਜਿਹੜਾ ਹੈ ਕਿਸੇ ਅਟੈਕ ਕੀਤਾ ਜਾਵੇ, ਪਰ ਜਿਹੜੇ ਮੁੱਦੇ ਹੈਗੇ ਆ ਸਿਆਸਤ ਦੇ ਮੁੱਦਿਆਂ ਉੱਪਰ ਸਾਡੀ ਗੱਲ ਹੋਣੀ ਚਾਹੀਦੀ ਹੈਗੀ ਆ। ਜੇ ਅਸੀਂ ਗੱਲ ਕਰੀਏ ਮੌਜੂਦਾ ਸਰਕਾਰ ਦੇ, ਤਾਂ ਪਹਿਲਾਂ ਅੱਜ ਤੋਂ ਕੁਝ ਟਾਈਮ ਪਹਿਲਾਂ ਨਾ ਜਿਹੜੀ ਸਿਆਸੀ ਲੋਕ ਸੇਵਾ ਵਾਸਤੇ ਆਉਂਦੇ ਸੀਗੇ, ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਆ ਕਿ ਪਿਛਲੇ 15-20 ਸਾਲ ਤੋਂ ਜਿਹੜੇ ਪੋਲੀਟੀਸ਼ੀਅਨ ਹੈਗੇ ਇਹਨਾਂ ਨੇ ਇਹ ਜੋ ਅਡਾਪਸ਼ਨ ਕਰ ਲਿਆ ਹੈਗਾ, ਐਜ਼ ਪੇਸ਼ਾ ਅਡਾਪਟ ਕਰ ਲਿਆ ਪੋਲੀਟਿਕਸ ਨੂੰ। ਉਹ ਇਹਦਾ ਹੀ ਕਾਰਨ ਹੈਗਾ ਕਿ ਜਿਹੜਾ ਸਾਡੀ ਸਰਕਾਰ ਦੇ ਜਿਹੜਾ ਰੈਵਨਿਊ ਘਟ ਗਿਆ ਹੈਗਾ ਆ, ਉਹ ਰੈਵਨਿਊ ਜਿਹੜਾ ਹੈਗਾ ਇਹਨਾਂ ਪ੍ਰਾਈਵੇਟ ਜਿਹੜੇ ਹੈਗੇ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਸਿਰਫ ਇੰਡੀਵਿਜੂਅਲੀ ਤੌਰ ਤੇ ਆਏ ਹੈਗੇ ਆ, ਆਪਣੀ ਸੇਵਾ ਕਰਨ ਦੇ ਨਾਂ ਤੇ ਆਏ ਹੈਗੇ ਆ, ਪਰ ਉਹ ਆਪਣੀ ਇਹਨੂੰ ਇੱਕ ਧੰਦਾ ਬਣਾ ਬੈਠੇ ਹੈਗੇ ਆ। ਧੰਦੇ ਉਹਦਾ ਮੇਨ ਨੁਕਸਾਨ ਇਹ ਹੋਇਆ ਕਿ ਜਿਹੜਾ ਰੈਵਨਿਊ ਸਰਕਾਰ ਕੋਲ ਜਾਣਾ ਸੀਗਾ ਇਹਨਾਂ ਪੋਲੀਟੀਸ਼ੀਅਨ ਦੇ ਜੇਬਾਂ ਜਾਣ ਲੱਗ ਪਿਆ ਹੈਗਾ। ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਪੰਜਾਬ 'ਚ ਮਾਫੀਆ ਰਾਜ ਸ਼ੁਰੂ ਹੈਗਾ, ਇਹ ਮੇਰੇ ਖਿਆਲ ਪਿਛਲੇ 15 ਸਾਲ ਤੋਂ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਰਾਜ ਸੁਣਿਆ ਨਹੀਂ ਸੀਗਾ। ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਕਿਤੇ ਵੀ ਕੋਈ ਮਾਫੀਆ ਰਾਜ ਨਹੀਂ ਅੱਜ ਤੱਕ ਸੁਣਿਆ ਵੀ ਮਾਫੀਆ ਰਾਜ ਕਿਤੇ ਚੱਲਦਾ ਹੈਗਾ। ਔਰ ਇਹਦਾ ਮੁੱਖ ਕਾਰਨ ਹੈਗਾ ਜਿਹੜਾ ਕਰਜ਼ਾ ਵੀ ਚੜਿਆ ਪੰਜਾਬ ਸਰਕਾਰ ਦੇ ਉੱਪਰ ਕਰਜ਼ਾ ਚੜਿਆ ਹੈਗਾ, ਉਹਦਾ ਮੁੱਖ ਕਾਰਨ ਇਹ ਹੈਗਾ ਕਿ ਜਿਹੜਾ ਰੈਵਨਿਊ ਪ੍ਰਾਈਵੇਟ ਪੋਲੀਟੀਸ਼ੀਅਨ ਦੇ ਜੇਬਾਂ ਜਾਣ ਲੱਗ ਪਿਆ, ਜਿਹੜੇ ਨੇਤਾਗਿਰੀ ਕਰਦੇ ਆ ਜਾਂ ਜਿਹੜੇ ਮੰਤਰੀ ਹੈਗੇ ਆ, ਉਹਨਾਂ ਸਰਕਾਰ ਦਾ ਰੈਵਨਿਊ ਘਟਿਆ ਹੈਗਾ। ਰੈਵਨਿਊ ਘਟਣੇ ਕਾਰਨ ਜਿਹੜਾ ਹੈਗਾ ਆ ਪੰਜਾਬ ਵਿੱਚ ਜਿਹੜਾ ਹੈਗਾ ਕਰਜ਼ਾ ਚੜਿਆ 3 ਲੱਖ ਕਰੋੜ ਰੁਪਏ ਕਰਜ਼ਾ ਚੜ ਚੁੱਕਾ ਹੈਗਾ। ਅਗਰ ਪੋਲੀਟੀਸ਼ੀਅਨ ਨੀਤਾ ਸਾਫ਼ ਹੋਣ, ਉਹ ਵਾਕਈ ਸੇਵਾ ਕਰਨ ਆਉਣ, ਤਾਂ ਜਿਹੜਾ ਇਹ ਮਾਫੀਆ ਸਾਰਾ ਰਾਜ ਬੰਦ ਹੋ ਕੇ ਇਹਦਾ ਘੱਟੋ ਘੱਟ ਐਟ ਪ੍ਰੈਜ਼ੈਂਟ ਐਸਟੀਮੇਟ ਆਈ ਤਾਂ 95,000 ਕਰੋੜ ਦਾ ਸਾਲ ਦਾ ਨਾ ਮਾਫੀਆ ਦੇ ਕੋਲ ਜਾਂਦਾ ਹੈਗਾ ਆ। ਜਿਹੜਾ ਛਤਰ ਛਾਇਆ ਇਹਦਾ ਪੋਲੀਟੀਸ਼ੀਅਨ ਦੀ ਹੈਗੀ ਆ, ਔਰ ਇਸ ਕਰਕੇ ਇਹ ਸਾਰਾ ਬੰਦ ਹੋਣਾ ਚਾਹੀਦਾ। ਅਗਰ ਇਹ ਬੰਦ ਹੋਏਗਾ ਤਾਂ ਸਰਕਾਰ ਕੋਲ ਰੈਵਨਿਊ ਆਏਗਾ, ਸਰਕਾਰ ਨੂੰ ਰੈਵਨਿਊ ਆਊਗਾ ਤਾਂ ਉਹ ਲੋਕਾਂ ਦੇ ਉੱਪਰ ਜਿਹੜਾ ਹੈਗਾ ਆ ਉਹ ਖਰਚ ਕਰੇਗੀ, ਜਿਹਦਾ ਲੋਕਾਂ ਭਲਾਈ ਹੋਏਗੀ। ਜਿੱਥੋਂ ਤੱਕ ਭਗਵੰਤ ਮਾਨ ਦੀ ਗੱਲ ਹੈਗੀ ਆ, ਇਹ ਠੀਕ ਹੈ ਕੋਨੇ ਕੁਛ ਇੱਕ ਲਫ਼ਜ਼ ਉਹ ਵਰਤਦਾ ਹੈਗਾ ਆ, ਮਜ਼ਾਕ ਵਰਤਿਆ, ਪਰ ਮੈਂ ਵੀ ਚਾਹੁੰਦਾ ਹੈਗਾ ਕਿ ਇਦਾਂ ਦੇ ਲਫ਼ਜ਼ ਨਹੀਂ ਵਰਤਣੇ ਚਾਹੀਦੇ। ਜਿਹੜੇ ਪੋਲੀਟਿਕਸ ਸਾਫ਼ ਸੁਥਰੀ ਹੋਣੀ ਚਾਹੀਦੀ ਆ, ਕਿਸੇ ਤੇ ਇੰਡੀਵਿਜੂਅਲ ਅਟੈਕ ਨਹੀਂ ਕਰਨਾ ਚਾਹੀਦਾ। ਮੁੱਦਾ ਦੀ ਜਿਹੜੀ ਹੈ ਰਾਜਨੀਤੀ ਕਰਨੀ ਚਾਹੀਦੀ ਹੈਗੀ ਆ, ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ ਵੀ ਰਾਜਨੀਤੀ ਕਰਨੀ ਚਾਹੀਦੀ ਹੈ, ਨਾ ਕਿ ਇੰਡੀਵਿਜੂਅਲ ਤੌਰ ਤੇ ਕਰਨੀ ਚਾਹੀਦੀ ਹੈ। ਜੀ ਮੈਂ ਹੁਣ ਅਗਲਾ ਸਵਾਲ ਜਿਹੜਾ ਹੈ ਕਲੇਰ ਸਾਹਿਬ ਤੋਂ ਪੁੱਛਦਾ ਹਾਂ ਕਿ ਕਲੇਰ ਸਾਹਿਬ ਤੁਸੀਂ ਹੀ ਨਾਮ ਲਏ ਪਹਿਲਾਂ ਪਰਟੀਕੂਲਰ ਕਿ ਇਸ ਫਲਾਣੇ ਬੰਦੇ ਨੇ ਇਸ ਬਾਰੇ ਇਸ ਟਿੱਪਣੀ ਕੀਤੀ ਹੈ। ਸਿਮਿਲਰਲੀ ਜੇਕਰ ਮੈਂ ਤੁਹਾਡੀ ਪਾਰਟੀ ਦੀ ਗੱਲ ਕਰਾਂ ਤਾਂ ਮਜੀਠੀਆ ਸਾਹਿਬ ਨੇ ਵੀ ਚੰਗੇ ਜਿਹੜੇ ਬਿਆਨ ਨੇ ਦਿੱਤੇ ਨੇ, ਚਾਹੇ ਉਹ ਸਿੱਧੂ ਸਾਹਿਬ ਬਾਰੇ ਹੋਣ, ਭਾਵੇਂ ਕੈਪਟਨ ਸਾਹਿਬ ਬਾਰੇ ਹੋਣ, ਐਂਡ ਸੁਖਬੀਰ ਬਾਦਲ ਵੀ ਕਿਤੇ ਘੱਟ ਨਹੀਂ ਹੈ। ਉਹਨਾਂ ਨੇ ਵੀ ਕਾਫੀ ਖੁੱਲ੍ਹ ਕੇ ਬਿਆਨ ਜਿਹੜੇ ਨੇ ਟਿੱਚਰਬਾਜੀ ਹੈ ਜਾਂ ਫਿਰ ਕਿਸੇ ਨੂੰ ਕਿਸੇ ਦੀ ਤੁਲਨਾ ਕੀਤੀ ਹੈ ਉਹ ਖੁੱਲ੍ਹ ਕੇ ਕੀਤੀ ਹੈ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ, ਮੈਂ ਬੜਾ ਸਪਸ਼ਟ ਕਹਿ ਦਿੰਦਾ ਜੀ ਕਿ ਮੈਂ ਕੋਈ ਵੀ ਤੁਸੀਂ ਐਸਾ ਬਿਆਨ ਚੱਕੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਮਿਆਰ ਤੋਂ ਗਿਰਿਆ ਦਿੱਤਾ ਹੋਵੇ, ਜਦ ਕਿ ਜੇ ਤੁਸੀਂ ਭਾਸ਼ਾ ਵੀ ਦੇਖੋਗੇ ਨਾ ਤਾਂ ਅਗਰ ਨਵਜੋਤ ਸਿੱਧੂ ਤੇ ਭਗਵੰਤ ਮਾਨ ਨੇ ਕੋਈ ਬਹੁਤ ਤਲਖ ਭਾਸ਼ਾ ਦੇ ਵਿੱਚ ਜਾਂ ਬਹੁਤ ਗਿਰੀ ਇੱਕ ਮਿਆਰ ਦੇ ਨਾਲ ਕੋਈ ਬਿਆਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਵੀ ਜਵਾਬ ਇੱਕ ਮਰਿਆਦਾ ਦੇ ਤਹਿਤ ਹੀ ਦਿੱਤਾ। ਔਰ ਜਿੱਥੇ ਤੱਕ ਗੱਲ ਅੱਜ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਕਰ ਰਹੇ ਨੇ, ਇਹਨਾਂ ਨੇ ਗੱਲ ਕਹੀ ਕਿ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਚੜਿਆ 3 ਲੱਖ ਕਰੋੜ ਦਾ, ਮੈਂ ਬਿਲਕੁਲ ਸਹੀ ਮੰਨਦਾ ਕਿ ਪੰਜਾਬ ਦੇ ਉੱਤੇ ਕਰਜ਼ਾ, ਪਰ ਉਹਦੇ 'ਚ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਉਹ ਉਸ ਕਾਲੇ ਦੌਰ ਦੇ ਵਿੱਚ ਜੋ ਪੰਜਾਬ ਨੇ ਲੜਾਈ ਲੜੀ। ਔਰ ਤੁਸੀਂ ਦੇਖੋਗੇ ਕਿ ਦਿੱਲੀ ਦੇ ਵਿੱਚ ਕੋਈ ਵੀ ਸਰਕਾਰ ਰਹੀ ਹੋਵੇ, ਕਾਂਗਰਸ ਰਹੀ, ਬੀਜੇਪੀ, ਸਾਰੀਆਂ ਬਰਾਬਰ ਦੇ ਵਿੱਚ ਕਟਹਿਰੇ ਦੇ ਵਿੱਚ ਨੇ। ਇਹ ਸਰਕਾਰਾਂ ਨੇ ਪੰਜਾਬ ਦੇ ਪ੍ਰਤੀ ਕਦੇ ਵੀ ਸੁਹਿਰਦਤਾ ਨਹੀਂ ਦਿਖਾਈ। ਕਰਜ਼ਾ ਅਗਰ ਪੰਜਾਬ ਨੇ ਕੋਈ ਕਾਲੇ ਦੌਰ ਦੀ ਲੜਾਈ ਲੜੀ ਤਾਂ ਅੱਜ ਕਸ਼ਮੀਰ ਦੇ ਵਿੱਚ ਵੀ ਹੈ, ਅੱਜ ਅਰੁਣਾਚਲ ਦੇ ਵਿੱਚ ਵੀ ਹੈ। ਕੀ ਉਹ ਖਰਚਾ ਉਹ ਸਟੇਟਾਂ ਨੂੰ ਪਾਇਆ ਜਾ ਰਿਹਾ? ਉਹ ਸਾਰਾ ਖਰਚਾ ਭਾਰਤ ਸਰਕਾਰ ਕਰ ਰਹੀ ਹੈ। ਪਰ ਪੰਜਾਬ ਨੇ ਕਾਲਾ ਦੌਰ ਦੇ ਵਿੱਚ ਜੋ ਖਰਚਾ ਹੋਇਆ, ਜੋ ਸੈਂਟਰਲ ਫੋਰਸਿਸ ਆਈਆਂ, ਉਹ ਸਾਰਾ ਕਰਜ਼ਾ ਪੰਜਾਬ ਤੇ ਚਾੜਿਆ ਗਿਆ। ਜੋ ਪੰਜਾਬ ਦੀ ਇੰਡਸਟਰੀ, ਜੋ ਪੰਜਾਬ ਦਾ ਇਕਨੋਮਿਕ ਲਾਸ ਉਹ ਟਾਈਮ ਦੇ ਵਿੱਚ ਹੋਇਆ, ਜਿਹਦੀ ਭਰਪਾਈ ਅੱਜ ਤੱਕ ਨਹੀਂ ਹੋਈ, ਇਹਦੇ ਲਈ ਕਦੇ ਪੰਜਾਬ ਨੂੰ, ਮੈਂ ਬਰਾਬਰ ਕਹਿਣਾ, ਸਾਰੀਆਂ ਸਰਕਾਰਾਂ ਕੇਂਦਰ ਦੀਆਂ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਕਦੇ ਕੋਈ ਉਸ ਤਰੀਕੇ ਦਾ ਸਪੈਸ਼ਲ ਪੈਕੇਜ ਨਹੀਂ ਦਿੱਤਾ, ਸਿਵਾਏ ਇੱਕ ਗੁਜਰਾਲ ਸਾਹਿਬ ਤੋਂ। ਅਸੀਂ ਗੁਜਰਾਲ ਸਾਹਿਬ ਦੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਥੋੜਾ ਜਿਹਾ ਉਹਦੇ ਚੋਂ ਮਾਫ ਵੀ ਕੀਤਾ, ਸੋ ਉਹਨਾਂ ਦੀ ਅਸੀਂ ਕਦਰ ਕਰਦੇ ਹਾਂ। ਨਹੀਂ, ਕੇਂਦਰ ਦੀ ਕਿਸੇ ਸਰਕਾਰ ਨੇ ਅੱਜ ਤੱਕ ਪੰਜਾਬ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ। ਸੋ ਪੰਜਾਬ ਨੂੰ ਇਸ ਟਾਈਮ ਬਹੁਤ ਲੋੜ ਹੈ ਕਿ ਇੱਕ ਬਹੁਤ ਸੀਰੀਅਸ ਕਿਸਮ ਦੀ ਮੁੱਦਿਆਂ ਬੇਸਡ ਰਾਜਨੀਤੀ ਕੀਤੀ ਜਾਵੇ। ਇਹ ਜਿਹੜੀ ਦੂਸ਼ਣਬਾਜ਼ੀ ਹੈ, ਇਲਜ਼ਾਮਬਾਜ਼ੀ ਹੈ, ਇਹਦੇ ਤੋਂ ਹੁਣ ਲੀਡਰਾਂ ਨੂੰ ਪਿੱਛੇ ਹਟਣਾ ਪਊਗਾ, ਆਪਣਾ ਏਜੰਡਾ ਦੇਣਾ ਪਊਗਾ, ਕੰਮ ਦੱਸਣਾ ਪਊਗਾ, ਪਾਲਿਸੀ ਲੈ ਕੇ ਆਉਣੀ ਪਊਗੀ, ਕਿਉਂਕਿ ਲੋਕ ਹੁਣ ਬਹੁਤ ਸਿਆਣੇ ਹੋ ਗਏ ਨੇ। ਲੋਕ ਹੁਣ ਇੱਧਰ ਉੱਧਰ ਦੀ ਗੱਲ ਦੇ ਵਿੱਚ ਬੜਾ ਵਿਸ਼ਵਾਸ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਜੋ ਮੁੱਦਾ ਹੈ ਸਾਨੂੰ ਮੁੱਦਾ ਦੱਸੋ, ਕੀ ਕਰੋਗੇ, ਕੀ ਪਾਲਿਸੀ ਹੈ ਤੇ ਪਾਲਿਸੀ ਨੂੰ ਕਿਵੇਂ ਇੰਪਲੀਮੈਂਟ ਕਰੋਗੇ। ਲੋਕਾਂ ਦਾ ਜ਼ਿਆਦਾ ਧਿਆਨ ਇਸ ਗੱਲ ਦੇ ਉੱਤੇ ਕੇਂਦਰਿਤ ਹੋ ਚੁੱਕਿਆ ਹੈ।
ਜੀ। ਸੋ ਜਿਹੜੀ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਡਿੱਗੇ ਹੋਏ ਮਿਆਰ, ਜਿਹੜੀ ਆਪਾਂ ਜਿਹੜਾ ਮੁੱਦਾ ਅਸੀਂ ਅੱਜ ਦਾ ਲੈ ਕੇ ਬੈਠੇ ਹੋਏ ਹਾਂ, ਉਹਦੇ ਤੇ ਵਿਚਾਰ ਚਰਚਾ ਚੱਲਦੀ ਰਹੇਗੀ। ਫਿਲਹਾਲ ਵੇਲਾ ਹੋ ਚੁੱਕਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਦੁਬਾਰਾ ਮਿਲਦੇ ਆ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਅੱਜ ਕੱਲ੍ਹ ਹਰ ਦਿਨ ਜਿਹੜਾ ਨਵੇਂ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ, ਜਿਹੜਾ ਮਿਆਰ ਡਿੱਗਦਾ ਜਾ ਰਿਹਾ। ਪਰ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਟਾਈਮ ਤੇ ਹੀ ਮਤਲਬ ਅਲੱਗ-ਅਲੱਗ ਟਾਈਮ ਦੇ ਉੱਪਰ ਅਲੱਗ-ਅਲੱਗ ਨੇਤਾਵਾਂ ਨੇ ਇੱਕ ਧਾਰਮਿਕ ਪੱਖੋਂ ਵੀ ਕੁਝ ਇਹੋ ਜਿਹੇ ਬਿਆਨ ਜਿਹੜੇ ਨੇ ਦਿੱਤੇ ਨੇ, ਜਿਸ ਕਰਕੇ ਕਾਫੀ ਲੋਕਾਂ ਦੀ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚਿਆ। ਤਾਂ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਨਾਲ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਅਰਸ਼ਦੀਪ ਕਲੇਰ ਜੀ, ਉਹਨਾਂ ਨੂੰ ਹੀ ਪੁੱਛਦਾ ਹਾਂ ਕਿ ਕਾਫੀ ਸਾਰੇ ਬਿਆਨ ਨੋ ਡਾਊਟ ਤੁਹਾਡੀ ਪਾਰਟੀ ਤੋਂ ਵੀ ਕੁਝ ਕੁ ਸਾਹਮਣੇ ਆਏ ਨੇ, ਕਾਂਗਰਸ ਤੋਂ ਵੀ ਆਏ ਨੇ, ਉਸ ਤੇ ਆਪਣੇ ਆਮ ਆਦਮੀ ਪਾਰਟੀ ਤੋਂ ਵੀ ਆਏ ਨੇ। ਤੇ ਤੁਸੀਂ ਭਾਵੇਂ ਪਹਿਲਾਂ ਕਿਹਾ ਕਿ ਜਿਹੜੇ ਬਿਆਨਾਂ ਦੀ ਗੱਲ ਹੋ ਰਹੀ ਕਿ ਹਾਂ ਵੀ ਤੁਹਾਡੀ ਪਾਰਟੀ ਵੱਲੋਂ ਕੁਝ ਇਹੋ ਜਿਹੀ ਗੱਲਾਂ ਬਾਤਾਂ ਨਹੀਂ ਕੀਤੀਆਂ ਗਈਆਂ, ਪਰ ਯੈਸ ਜਿਹੜੇ ਉਹ ਸਾਡੇ ਮਜੀਠੀਆ ਸਾਹਿਬ ਨੇ ਉਹਨਾਂ ਨੇ ਪਿੱਛੇ ਜੀ ਬਿਆਨ ਦਿੱਤਾ ਵਾ, ਜੁੱਤੀ ਫੇਰਨ ਵਾਲਾ ਕੋਈ ਬਿਆਨ ਸੀਗਾ ਉਹਨਾਂ ਨੇ ਉਹ ਦਿੱਤਾ ਸੀਗਾ। ਪਰ ਜੇ ਹੁਣ ਧਾਰਮਿਕ ਭਾਵਨਾ ਦੀ ਗੱਲ ਕਰੀ ਤੇ ਉਹਨਾਂ ਵਿੱਚ ਵੀ ਕੁਝ ਇਹੋ ਜਿਹੀ ਗੱਲਾਂ ਉਹਨਾਂ ਨੇ ਕੀਤੀਆਂ ਨੇ। ਸੋ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਕਿੰਨਾ ਕੁ ਜਾਇਜ਼ ਹੈ, ਕਿੰਨਾ ਕੁ ਸਹੀ ਹੈ, ਇੱਕ ਆਪਣੀ ਪੰਜਾਬੀ ਮਾਂ ਬੋਲੀ ਦੇ ਵਿੱਚ ਆਪਾਂ ਕਿੱਦਾਂ ਕੁ ਜਿਹੜੀ ਜ਼ੁਬਾਨ ਹੈ ਜਿਹੜੀ ਵਰਤੀ ਜਾ ਰਹੀ ਹੈ? ਨਹੀਂ, ਮੈਂ ਤਾਂ ਫਿਰ ਦੁਬਾਰਾ ਕਹਿਣਾ ਜੀ, ਮੈਂ ਅੱਜ ਵੀ ਇੱਕ ਯੂਥ ਹੋਣ ਦੇ ਨਾਤੇ ਇਸ ਗੱਲ ਦੇ ਉੱਤੇ ਪੱਕਾ ਸਟੈਂਡ ਕਰਦਾ ਕਿ ਜਿਹੜੀ ਰਾਜਨੀਤੀ ਹੈ ਉਹ ਮੁੱਦਾ ਬੇਸਡ ਹੋਣੀ ਚਾਹੀਦੀ ਹੈ, ਔਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹਨੂੰ ਸਿਰਫ ਪੰਜਾਬ ਤੇ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਵਿਅਕਤੀ ਵਿਸ਼ੇਸ਼ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਹੋਣੀ ਚਾਹੀਦੀ। ਔਰ ਜਿਸ ਤਰੀਕੇ ਤੁਸੀਂ ਮਜੀਠੀਆ ਸਾਹਿਬ ਦੀ ਵੀ ਗੱਲ ਕੀਤੀ, ਮੈਂ ਫਿਰ ਦੁਬਾਰਾ ਦਰਸ਼ਕਾਂ ਨੂੰ ਕਹੂੰਗਾ, ਤੁਹਾਨੂੰ ਵੀ ਕਹੂੰਗਾ ਕਿ ਜੋ ਨਵਜੋਤ ਸਿੱਧੂ ਸਾਹਿਬ ਨੇ ਉਦੋਂ ਇੱਕ ਸਟੇਜ ਦੇ ਉੱਤੇ ਭਾਸ਼ਣ ਦਿੱਤਾ, ਜਿਸ ਤਰੀਕੇ ਦੇ ਐਕਸ਼ਨ ਏਦਾਂ ਕਰਕੇ ਉਹ ਕਰ ਰਹੇ ਸੀ, ਔਰ ਜਿਸ ਤਰੀਕੇ ਦੀ ਮਾੜੀ ਸ਼ਬਦਾਵਲੀ ਵਰਤੀ ਗਈ, ਉਹਦੇ ਜਵਾਬ ਦੇ ਵਿੱਚ ਅਗਰ ਤੁਸੀਂ ਮਜੀਠੀਆ ਸਾਹਿਬ ਦਾ ਦੇਖੋਗੇ ਤਾਂ ਉਹਨਾਂ ਨੇ ਸਿਰਫ 2-3 ਗੱਲਾਂ ਕਹੀਆਂ ਨੇ, ਔਰ ਉਹ ਵੀ ਇੱਕ ਬਹੁਤ ਮਰਿਆਦਾ ਦੇ ਵਿੱਚ ਰਹਿ ਕੇ ਕਹੀਆਂ ਨੇ। ਉਹ ਚੀਜ਼ ਲੋਕਾਂ ਦੇ ਪਲੇਟਫਾਰਮ ਤੇ, ਔਰ ਲੋਕ ਉਸ ਚੀਜ਼ ਨੂੰ ਡਿਸਾਈਡ ਕਰਨ ਜੀ। ਅੱਛਾ, ਜਿਹੜਾ ਧਾਰਮਿਕ ਭਾਵਨਾਵਾਂ ਦੇ ਉੱਪਰ ਜਿਹੜੀ ਗੱਲਬਾਤ ਹੋਈ ਹੈ ਕਿ ਪਹਿਲਾਂ ਕੁਝ ਵੀ ਬਿਆਨ ਕਰ ਦੇਣਾ, ਬਾਅਦ ਚੋਂ ਮਾਫੀ ਮੰਗ ਲੈਣਾ, ਉਹਦੇ ਲਈ ਕੀ ਹੋ ਸਕਦਾ ਕਿ ਹਾਂ ਵੀ ਲੋਕ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਵਿੱਚ ਜਿਹੜੇ ਨੇਤਾ ਨੇ ਉਹ ਇਹੋ ਜਿਹੀ ਭਾਸ਼ਾ ਬੋਲਣ ਹੀ ਨਾ, ਕਿਉਂਕਿ ਲੋਕਾਂ ਦੀ ਭਾਵਨਾਵਾਂ ਬਾਰ-ਬਾਰ ਠੇਸ ਪਹੁੰਚਦਾ? ਨਹੀਂ, ਮੈਂ ਤਾਂ ਜੀ ਫਿਰ ਅਗਰ ਤੁਸੀਂ ਧਾਰਮਿਕ ਗੱਲ ਦੇ ਉੱਤੇ ਵੀ ਆਉਂਗੇ ਤਾਂ ਇਹ ਵੀ ਅਗਰ ਕਿਸੇ ਲੀਡਰ ਵੱਲੋਂ ਐਸੀ ਗੱਲ ਕੀਤੀ ਜਾਂਦੀ ਹੈ, ਇਹਦੇ ਦੋ ਪਹਿਲੂ ਨੇ। ਇਹਦੇ ਵਿੱਚ ਕਈ ਵਾਰੀ ਤੁਸੀਂ ਅਣਜਾਣ ਦੇ ਤੌਰ ਤੇ ਵੀ ਗੱਲ ਕਰ ਦਿੰਦੇ ਹੋ, ਕਈ ਵਾਰ ਜਾਣ ਬੁੱਝ ਕੇ ਵੀ ਐਸੇ ਕੀਤੀਆਂ ਜਾਂਦੀਆਂ। ਜਿੱਦਾਂ ਕਿ ਮੈਂ ਫੇਰ ਦੁਬਾਰਾ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ, 2017 ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਣਾ ਕਿ ਕਿਸੇ ਪੋਲੀਟੀਕਲ ਸਟੇਜ ਦੇ ਉੱਤੇ ਗੁਟਕਾ ਸਾਹਿਬ ਵਰਗੀ ਪਵਿੱਤਰ ਚੀਜ਼ ਨੂੰ ਲਿਆ ਕੇ ਸਹੁੰ ਖਾਧੀ ਗਈ ਹੋਣੀ, ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਲੋਕਾਂ ਦੇ ਵਿੱਚ ਪਾਲਿਸੀ ਜਾਣੀ ਚਾਹੀਦੀ ਹੈ, ਲੋਕਾਂ ਦੇ ਵਿੱਚ ਕੰਮ ਜਾਣੇ ਚਾਹੀਦੇ ਨੇ। ਉੱਥੇ ਤੁਸੀਂ ਧਾਰਮਿਕ ਤੌਰ ਤੇ ਗੁਟਕਾ ਸਾਹਿਬ ਲਿਆ ਕੇ ਲੋਕਾਂ ਦੇ ਇਮੋਸ਼ਨ ਨੂੰ ਕੈਚ ਕਰਨ ਦੀ ਜਿਹੜੀ ਕੋਸ਼ਿਸ਼ ਹੋਈ, ਇਹ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਲੀਡਰ ਸਾਹਿਬਾਨ ਜਿਹੜੇ ਵੀ ਨੇ ਉਹਨਾਂ ਨੂੰ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਧਾਰਮਿਕ ਪੱਖ ਤੇ ਬੋਲਣ ਲੱਗੇ ਬਹੁਤ ਸੰਜਮ, ਬਹੁਤ ਮਰਿਆਦਾ, ਤੇ ਕੋਈ ਵੀ ਐਸੀ ਚੀਜ਼ ਨਹੀਂ ਕਹਿਣੀ ਚਾਹੀਦੀ ਜਿਹੜੀਆਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋ। ਜੀ ਪੱਲਾਸੁਰ ਜੀ, ਜਿਵੇਂ ਕਿ ਕਲੇਰ ਸਾਹਿਬ ਨੇ ਕਿਹਾ ਕਿ ਧਾਰਮਿਕ ਪੱਖਾਂ ਦੇ ਉੱਪਰ ਕੋਈ ਵੀ ਜਦੋਂ ਗੱਲਬਾਤ ਕਰੇ ਉਹਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ, ਪਰ ਕਾਂਗਰਸ ਪਾਰਟੀ ਦੇ ਹੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਪਹਿਲਾਂ ਸਹੁੰ ਚੁੱਕ ਲਈ। ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਬੰਦੇ ਨੇ ਉਹਨਾਂ ਨੇ ਵੀ ਕਬੀਰ ਸਾਹਿਬ ਦੇ ਦੋਹੇ ਦਾ ਇਸਤੇਮਾਲ ਜਿਹੜਾ ਕੀਤਾ ਆਪਣੇ ਫੇਵਰ ਲਈ ਕੀਤਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਕਰਕੇ ਵੀ ਲੋਕਾਂ ਦੇ ਵਿੱਚ ਇੱਕ ਗੁੱਸਾ ਪ੍ਰਗਟ ਹੋ ਜਾਂਦਾ। ਕੰਮ ਕੀਤਾ ਨਾ ਕੀਤਾ ਉਹ ਵੱਖਰੀ ਗੱਲ ਆ ਜਾਂਦੀ ਇੱਕ ਪੁਆਇੰਟ ਤੇ ਆ ਕੇ, ਕਿਉਂਕਿ ਪੰਜਾਬ ਜਿਹੜਾ ਹੈ ਉਹ ਧਰਮ ਪ੍ਰਤੀ ਬੜਾ ਜ਼ਿਆਦਾ ਐਕਟਿਵ ਹੈ, ਜੋ ਕਿ ਚੰਗੀ ਗੱਲ ਵੀ ਹੈ। ਤੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਜਿਹੜੀਆਂ ਭਾਸ਼ਾਵਾਂ ਜਿਹੜੀਆਂ ਯੂਜ਼ ਕੀਤੀ ਜਾਂਦੀਆਂ ਨੇ ਜਾਂ ਫਿਰ ਜਿਹੜੇ ਸ਼ਲੋਕ ਨੇ ਜਾਂ ਜਿਹੜੀ ਬਾਣੀ ਹੈ ਉਹਦਾ ਅਲੱਗ ਇਸਤੇਮਾਲ ਕੀਤਾ ਜਾਂਦਾ? ਮੇਰੀ ਇਹਦੇ ਵਿੱਚ ਇਹ ਸੋਚ ਹੈ ਜੀ ਕਿ ਜਿਸ ਬਾਣੀ ਦੇ ਵਿੱਚ ਸਾਡੀ ਆਸਥਾ ਹੈ, ਜਿਸ ਵਿਚਾਰ ਦੇ ਵਿੱਚ ਸਾਡੀ ਆਸਥਾ ਹੈ, ਜੇ ਉਸ ਤੋਂ ਸੇਧ ਲੈ ਕੇ, ਜੇ ਉਸ ਦਾ ਉਚਾਰਨ ਕਰਕੇ ਆਪਣੀ ਗੱਲ ਰੱਖੀ ਜਾਂਦੀ ਹੈ ਤਾਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਗੱਲ ਸਿਰਫ ਉੱਥੇ ਆਉਂਦੀ ਹੈ ਕਿ ਉਸ ਚੀਜ਼ ਦਾ ਵਿਚਾਰ ਕਰਨ ਵਾਲੇ ਦੀ ਆਪਣੀ ਭਾਵਨਾ ਕੀ, ਉਹ ਆਪਣੇ ਵਾਸਤੇ ਕਰ ਰਿਹਾ ਜਾਂ ਪਾਰਟੀ ਪਲੇਟਫਾਰਮ ਲਈ ਕਰ ਰਿਹਾ। ਜੇ ਕਿਸੇ ਨੇ ਗੁਟਕਾ ਸਾਹਿਬ ਨੂੰ ਲਿਆ ਕੇ ਉਹਦੀ ਸਹੁੰ ਖਾਧੀ ਹੈ ਤਾਂ ਉਹ ਉਹਦੀ ਆਸਥਾ ਦੀ ਪ੍ਰਤੀਕ ਸੀਗੀ। ਇਸ ਕਰਕੇ ਉਹਨੇ ਉਸ ਆਸਥਾ ਦੇ ਵਿੱਚ ਲੋਕਾਂ ਦੀ ਗੱਲ ਕਰਨ ਦੀ ਬਜਾਏ, ਕਿਉਂਕਿ ਇਸ ਤੋਂ ਪਹਿਲਾਂ ਉਹ ਵੀ ਤਾਂ ਲੋਕਾਂ ਦੀ ਆਸਥਾ ਹੀ ਸੀ, ਜਿਹੜੇ ਵਿਚਾਰੇ ਚੌਂਕਾਂ ਦੇ ਵਿੱਚ ਧਰਨੇ ਲਾ ਕੇ ਬੈਠੇ ਸੀ ਤੇ ਗੋਲੀਆਂ ਮਾਰ ਕੇ ਭੁੰਨ ਦਿੱਤੇ ਗਏ, ਉਹ ਵੀ ਤਾਂ ਆਸਥਾ ਲੈ ਕੇ ਬੈਠੇ ਸੀ। ਤੇ ਜੇ ਉਹਨਾਂ ਦੀ ਗੱਲ ਕੋਈ ਕਰ ਰਿਹਾ ਤੇ ਮੇਰਾ ਖਿਆਲ ਹੈ ਉਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਸੀ। ਉਹਨੂੰ ਭਾਵਨਾਵਾਂ ਦੇ ਨਾਲ ਵੀ ਲਿਆ ਜਾ ਸਕਦਾ, ਪਰ ਉਹ ਪੰਜਾਬ ਦਾ ਇਸ਼ੂ ਬਣਨਾ ਸੀ, ਉਹ ਪੰਜਾਬ ਦਾ ਇਸ਼ੂ ਬਣਿਆ। ਜੀ
ਮੱਲੀ ਸਾਹਿਬ, ਜੇਕਰ ਤੁਹਾਡੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਚਲੋ ਧਾਰਮਿਕ ਪੱਖੋਂ ਤਾਂ ਕੀ ਬਿਆਨ ਆਣੇ, ਤੁਸੀਂ ਕਨਸਟੀਟਿਊਸ਼ਨ ਦੇ ਬਾਰੇ ਕਾਫੀ ਬਿਆਨ ਜਿਹੜੇ ਨੇ ਆਪਣੀ ਜਿਹੜੀ ਅਨਮੋਲ ਗਗਨ ਮਾਨ ਨੇ ਉਹ ਦਿੰਦੇ ਨੇ, ਅਲੱਗ-ਅਲੱਗ ਸਮੇਂ ਤੇ ਹੋਰ ਵੀ ਜਿਹੜੇ ਬਿਆਨ ਜਿਹੜੇ ਆਉਂਦੇ ਨੇ, ਸੋ ਉਹਦੇ ਬਾਰੇ ਵੀ ਲੋਕ ਕਾਫੀ ਨਾਰਾਜ਼ ਹੁੰਦੇ ਨੇ, ਕਿਉਂਕਿ ਜਿਵੇਂ ਅਸੀਂ ਧਰਮ ਦੀ ਪੂਜਾ ਕਰਦੇ ਹਾਂ ਉੱਦਾਂ ਹੀ ਸੰਵਿਧਾਨ ਦੀ ਵੀ ਅਸੀਂ ਸਾਰੇ ਲੋਕ ਰਿਸਪੈਕਟ ਕਰਦੇ ਹਾਂ, ਤੇ ਉਹਦੇ ਖਿਲਾਫ ਬੋਲਣਾ ਜਾਂ ਉਹਦੇ ਅੰਗੇਂਸਟ ਬੋਲਣਾ ਉਹ ਵੀ ਇੱਕ ਮਾੜੀ ਗੱਲ ਹੈ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਗੱਲ ਇਸ ਤਰ੍ਹਾਂ ਹੈਗੀ ਆ ਵੀ ਜਿਹੜੇ ਨਾ ਪਹਿਲੀ ਗੱਲ ਗੁਰਦੁਆਰਾ ਸਾਹਿਬ ਦੀ ਗੱਲ ਤੁਰੀ ਸੀਗੀ, ਇਹ ਧਾਰਮਿਕ ਤੌਰ ਤੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੀ ਗੱਲ ਸੀਗੀ ਜੀ। ਗੁਰਦੁਆਰਾ ਸਾਹਿਬ ਸਹੁੰ ਖਾ ਕੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਜਿਹੜੇ ਹੈਗੇ ਆ ਤੁਹਾਡੇ ਨੇ ਸੇਵਾ ਕਰਾਂਗੇ, ਜੋ ਉਹਨੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਕਰਾਂਗੇ। ਪਰ ਇੱਕ ਧਾਰਮਿਕ ਬਲੈਕਮੇਲਿੰਗ ਹੈ ਹੀ ਹੈ ਜੀ। ਇਹ ਲੋਕਾਂ ਨੂੰ ਵਗਲਾ ਕੇ ਰਿਲੀਜੀਅਸ ਉਹਨਾਂ ਸੈਂਟੀਮੈਂਟਸ ਤੇ ਖੇਡ ਕੇ ਜਿਹੜੇ ਹੈਗੇ ਕੀਤਾ ਗਿਆ ਹੈਗਾ ਆ, ਜਿਹੜਾ ਕਿ ਬਿਲਕੁਲ ਝੂਠਾ ਸਾਬਤ ਹੋਇਆ ਆ। ਔਰ ਲੋਕੀ ਹੁਣ ਉਹਨੇ ਪੁੱਛਦੇ ਹੈਗੇ ਆ, ਵਾਰ-ਵਾਰ ਇਸੇ ਗੱਲ ਪੁੱਛਦੇ ਹੈਗੇ ਵੀ ਤੁਸੀਂ ਤਾਂ ਸਹੁੰ ਖਾਧੀ ਗੁਰਦੁਆਰਾ ਸਾਹਿਬ ਦੀ ਤੇ ਇਹਦੇ ਤੋਂ ਨਹੀਂ ਉਤਰੇ। ਜਿੱਥੋਂ ਤੱਕ ਅਨਮੋਲ ਗਗਨ ਮਾਨ ਦਾ ਹੈਗਾ ਬਿਆਨ ਜੀ, ਉਹ ਜਿਹੜਾ ਹੈਗਾ ਸਾਡੇ ਉਦੋਂ ਜਿਹੜੇ ਹੈਗੇ ਅਸੀਂ ਕੰਡੈਮ ਕੀਤਾ ਵੀ ਉਹਦੇ ਪਰਸਨਲ ਵਿਚਾਰ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹੈਗੇ। ਦੂਜੀ ਗੱਲ ਇਹ ਹੈ ਕਿ ਸਾਡੀ ਪਾਰਟੀ ਹੈ ਬਿਲਕੁਲ ਧਰਮ ਨਿਰਪੱਖ ਪਾਰਟੀ ਹੈਗੀ ਆ। ਸਾਨੂੰ ਸਾਰੇ ਧਰਮਾਂ ਜਿਹੜੇ ਲੋਕੀ ਹੈਗੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹੈਗੇ ਆ। ਸਾਡੇ ਵਿੱਚ ਕੋਈ ਧਰਮ ਦੇ ਕਿਸੇ ਪ੍ਰਤੀ ਧਰਮ ਦੇ ਵਿੱਚ ਕੋਈ ਏਦਾਂ ਦੀ ਗੱਲ ਹੈ ਨਹੀਂ ਵੀ ਅਸੀਂ ਕਿ ਧਰਮ ਨੂੰ ਜ਼ਿਆਦਾ ਸਮਝਦੇ ਜਾਂ ਕਿ ਘੱਟ ਸਮਝਦੇ ਆ। ਅਸੀਂ ਧਰਮ ਨਿਰਪੱਖ ਸਾਡੀ ਪਾਰਟੀ ਹੈਗੀ ਆ। ਸੋ ਜਿਹੜੇ ਵੀ ਕੋਈ ਏਦਾਂ ਬਿਆਨ ਦਿੰਦੇ ਹੈਗੇ ਆ ਅਸੀਂ ਉਹਨਾਂ ਦੇ ਬਿਆਨਾਂ ਨੂੰ ਕੰਡੈਮ ਕਰਦੇ ਹੈਗੇ ਆ ਜੀ। ਜੀ ਚਲੋ, ਆਹ ਤੇ ਗੱਲ ਹੁਣ ਹੋ ਗਈ ਹੁਣ ਬਿਆਨਾਂ ਦੀ, ਪਰ ਹੁਣ ਅਗਰ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਕਲੇਰ ਸਾਹਿਬ ਤੋਂ ਹੀ ਆਉਂਦਾ ਵਾਂ ਕਿ ਅੱਜ ਕੱਲ੍ਹ ਜਿਹੜੇ ਭਾਵੇਂ ਸੀਐਮ ਦੇ ਦਾਅਵੇਦਾਰ ਨੇ, ਭਾਵੇਂ ਜਿਹੜੇ ਵੱਡੇ ਨੇਤਾ ਨੇ, ਅੱਜ ਕੱਲ੍ਹ ਆਮ ਲੋਕਾਂ ਦੇ ਘਰਾਂ ਵਿੱਚ ਵੇਖਣ ਨੂੰ ਮਿਲ ਰਹੇ ਨੇ। ਚਾਹਾਂ ਪੀਤੀਆਂ ਜਾ ਰਹੀਆਂ ਨੇ, ਰੋਟੀਆਂ ਖਾਧੀਆਂ ਜਾ ਰਹੀਆਂ ਨੇ, ਪਰ ਇਹੀ ਨੇਤਾ ਜਦੋਂ ਪਾਵਰ ਵਿੱਚ ਆ ਜਾਂਦੇ ਨੇ, ਮੁੱਖ ਮੰਤਰੀ ਜਾਂ ਡਿਪਟੀ ਸੀਐਮ ਲੱਗ ਜਾਂਦੇ ਨੇ ਤਾਂ ਆਊਟ ਆਫ ਰੀਚ ਹੋ ਜਾਂਦੇ ਨੇ। ਤੇ ਲੋਕਾਂ ਦਾ ਗੁੱਸਾ ਉਦੋਂ ਵੀ ਆਉਂਦਾ ਕਿ ਬਈ ਉਦੋਂ ਤਾਂ ਸਾਡੇ ਮਤਲਬ ਘਰੋਂ ਨਹੀਂ ਸੀ ਹਟਦੇ, ਤੇ ਅੱਜ ਕੱਲ੍ਹ ਦੇਖੋ ਜੀ ਹੁਣ ਤਾਂ ਉਹਨਾਂ ਨੂੰ ਮਿਲਣ ਜਾਓ ਤਾਂ ਪ੍ਰੋਟੋਕੋਲਸ ਨੇ ਜਾਂ ਹੋਰ ਵੀ ਗੱਲਾਂ ਨੇ। ਉੱਥੇ ਕੀ ਕਰਨਾ ਚਾਹੀਦਾ ਹੈ ਕਿਸੇ ਵੀ ਪਾਰਟੀ ਨੂੰ ਜਾਂ ਤੁਹਾਡੀ ਪਾਰਟੀ ਨੂੰ? ਨਹੀਂ, ਮੈਂ ਤਾਂ ਬੜੇ ਸਪਸ਼ਟ ਤੌਰ ਤੇ ਇਹ ਗੱਲ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਇਹ ਗੱਲ ਤਾਂ ਵਿਰੋਧੀ ਵੀ ਮੰਨਦੇ ਨੇ ਕਿ ਅਗਰ ਪੋਲੀਟੀਕਲੀ ਐਕਟਿਵ ਕੋਈ ਸਭ ਤੋਂ ਵੱਧ ਪਾਰਟੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ। ਜਦੋਂ ਸਰਕਾਰ ਦੇ ਵਿੱਚ ਵੀ ਸੀ, ਅੱਜ ਵੀ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਸਾਡੇ ਸੰਗਤ ਦਰਸ਼ਨ ਜਿਹੜੇ ਬਾਦਲ ਸਾਹਿਬ ਵੱਲੋਂ ਕੀਤੇ ਜਾਂਦੇ ਸੀ ਉਹਨਾਂ ਤੇ ਅੱਜ ਵੀ ਸਵਾਲੀਆ ਨਿਸ਼ਾਨ ਚੱਕਦੇ ਨੇ। ਸੰਗਤ ਦਰਸ਼ਨ ਲੋਕਾਂ ਦੇ ਪਿੰਡ-ਪਿੰਡ ਜਾ ਕੇ ਮੁੱਖ ਮੰਤਰੀ ਜਾਂਦੇ ਸੀ, ਉੱਥੇ ਬਹਿ ਕੇ ਮਸਲਿਆਂ ਦੇ ਹੱਲ ਕਰਦੇ ਸੀ। ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ, ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਕਿ ਪੰਜਾਬ ਦਾ ਕੋਈ ਵੀ ਵਾਸੀ ਇਹ ਨਹੀਂ ਕਹਿ ਸਕਦਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਮੁੱਖ ਮੰਤਰੀ, ਡਿਪਟੀ ਸੀਐਮ, ਮਿਨਿਸਟਰ ਐਕਸੈਸਿਬਲ ਨਹੀਂ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਪੰਜਾਬ ਦੇ ਕਿਸੇ ਵੀ ਲੀਡਰ ਦੇ ਤੋਂ ਵੱਧ ਐਕਸੈਸਿਬਿਲਿਟੀ ਹੈ ਔਰ ਹਮੇਸ਼ਾ ਅਵੇਲੇਬਿਲਿਟੀ ਹੈ। ਔਰ ਜਿਹੜੀ ਗੱਲ ਹੁਣੀ ਮਨਿੰਦਰਪਾਲ ਜੀ ਨੇ ਕਹੀ, ਮੈਂ ਇਹਨਾਂ ਨੂੰ ਦੋ ਚੀਜ਼ਾਂ ਪੁੱਛਣੀਆਂ ਚਾਹੁੰਦਾ ਕਿ ਇਹਨਾਂ ਨੇ ਆਸਥਾ ਦੀ ਗੱਲ ਕੀਤੀ, ਗੁਟਕਾ ਸਾਹਿਬ ਸਟੇਜ ਤੇ ਲਿਆ ਕੇ ਗੱਲ ਕੀਤੀ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਜਿਹੜੀ ਮੋਟੇ ਤੌਰ ਤੇ ਗੱਲਾਂ ਕੀਤੀਆਂ ਗਈਆਂ, ਉਹ ਕੀਤੀਆਂ ਗਈਆਂ ਪੂਰਨ ਕਰਜ਼ਾ ਮਾਫੀ, ਕਿਸਾਨੀ ਪੂਰਨ ਕਰਜ਼ਾ ਮਾਫੀ ਦੀਆਂ, ਘਰ ਘਰ ਨੌਕਰੀ ਦੀ, ਨਸ਼ਾ ਮੁਕਤ ਪੰਜਾਬ ਦੀ, ਤੇ ਸਭ ਤੋਂ ਵੱਡਾ ਜਿਹੜਾ ਹਰ ਇੱਕ ਨਾਨਕ ਨਾਮ ਲੈਣ ਵਾਲੀ ਜ਼ਰੂਰੀ ਹੈ ਉਹ ਹੈ ਬੇਅਦਬੀਆਂ ਦਾ ਇਨਸਾਫ ਉਹਦੀ। ਤਾਂ ਮੈਨੂੰ ਅੱਜ ਮਨਿੰਦਰਪਾਲ ਜੀ ਇਹ ਦੱਸਣ ਕਿ ਚਾਰੇ ਚੀਜ਼ਾਂ ਦੇ ਉੱਤੇ ਕੋਈ ਕੰਮ ਹੋਇਆ? 90,000 ਕਰੋੜ ਦਾ ਕਿਸਾਨੀ ਕਰਜ਼ਾ ਤੇ ਸਿਰਫ 4.5 ਸਾਲ ਚ 4600 ਕਰੋੜ ਦੀ ਕਾਗਜ਼ਾਂ ਦੀ ਫਿਗਰ। ਉਸ ਤੋਂ ਬਾਅਦ ਘਰ ਘਰ ਨੌਕਰੀ ਦੀ ਗੱਲ ਕਰਦੇ ਨਹੀਂ ਦਿੱਤੀ ਗਈ। ਔਰ ਜੇ ਬੇਅਦਬੀਆਂ ਦੇ ਇਨਸਾਫ ਦੀ ਗੱਲ ਕਰੀਏ, ਜਿਨ੍ਹਾਂ ਨੇ ਸਿੱਖ ਆਸਥਾ ਦੀ ਗੱਲ ਕੀਤੀ ਹੈ, ਤਾਂ ਮੈਂ ਇਹ ਗੱਲ ਕਹਿਣਾ ਕਿ ਸਭ ਤੋਂ ਵੱਡਾ ਜੇ ਕੋਈ ਦੋਸ਼ੀ ਮਹਿੰਦਰਪਾਲ ਬਿੱਟੂ, ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਮਾਰਿਆ ਗਿਆ। ਕਾਂਗਰਸ ਦੀ ਸਰਕਾਰ ਹੈ, ਅੱਜ ਤੱਕ ਕੋਈ ਜੇਲ੍ਹ ਮੰਤਰੀ ਦਾ ਸਪਸ਼ਟੀਕਰਨ ਨਹੀਂ। ਗੋਲੀ ਕਾਂਡ ਦਾ ਜਿਹੜਾ ਨਿਸ਼ਾਨ ਸਿੰਘ ਮੁੱਖ ਗਵਾਹ ਹੈ, ਉਹਦੀ ਮੌਤ ਹੋ ਜਾਂਦੀ, ਉਹਦਾ ਪਰਿਵਾਰ ਗੰਭੀਰ ਇਲਜ਼ਾਮ ਲਾਉਂਦਾ ਕਾਂਗਰਸ ਐਮਐਲਏ ਕਿੱਕੀ ਢਿੱਲੋਂ ਦੇ ਖਿਲਾਫ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਹਦਾ ਕੋਈ ਜਵਾਬ ਨਹੀਂ। ਜੇ ਰੇਤ ਮਾਫੀਆ ਦੀ ਗੱਲ ਕਰੀਏ ਤਾਂ ਇਹਨਾਂ ਦੇ ਐਮਐਲਏ ਦਰਸ਼ਨ ਬਰਾੜ, ਜੀਰਾ ਸਾਹਿਬ ਦੇ ਉੱਤੇ ਸਿੱਧੇ ਐਲੀਗੇਸ਼ਨ ਹੈ। ਲਿਕਰ ਮਾਫੀਆ ਦੇ ਸਿੱਧੇ ਐਲੀਗੇਸ਼ਨ ਇਹਨਾਂ ਦੇ ਐਮਐਲਏਆਂ ਤੇ, ਘਨੌਰ ਤੋਂ ਮਦਨ ਲਾਲ ਜਲਾਲਪੁਰ ਜੀ ਤੇ, ਔਰ ਉਹ ਇਹਨਾਂ ਦੇ ਨਾਲ ਹੈ। ਸੋ ਕਾਂਗਰਸ ਪਾਰਟੀ ਨੇ ਆਸਥਾ ਦੇ ਨਾਂ ਤੇ ਲੋਕਾਂ ਨੂੰ ਠੱਗਿਆ, 420 ਕੀਤੀ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜਿਆ, ਪਰ ਉਹ ਚੀਜ਼ਾਂ ਦੇ ਉੱਤੇ ਇੱਕ ਵੀ ਕੰਮ 4.5 ਸਾਲ ਦੇ ਵਿੱਚ ਨਹੀਂ ਹੋਇਆ। ਸੋ ਮਨਿੰਦਰਪਾਲ ਜੀ ਇਸ ਗੱਲ ਤੇ ਜਵਾਬ ਦੇ ਨੇ ਕਿ ਉਹ ਗੱਲਾਂ ਦਾ ਕੀ ਬਣਿਆ। ਜੀ ਮਨਿੰਦਰਪਾਲ ਜੀ, ਸਵਾਲ ਜਿਹੜੇ ਨੇ ਕਾਫੀ ਵੱਡੇ ਨੇ ਤੇ ਕਾਫੀ ਅਹਿਮ ਸਵਾਲ ਨੇ, ਇਸ ਕਰਕੇ ਕੱਲੀ ਵਿਰੋਧੀ ਧਿਰ ਨਹੀਂ, ਜਿਹੜੀ ਆਮ ਜਨਤਾ ਉਹ ਵੀ ਕਾਂਗਰਸ ਪਾਰਟੀ ਤੋਂ ਸਵਾਲ ਪੁੱਛਦੀ ਹੈ ਕਿ ਜਿਹੜੀ ਗੱਲਾਂ ਗੁਟਕਾ ਸਾਹਿਬ ਫੜ ਕੇ ਕੀਤੀਆਂ ਗਈਆਂ ਉਹ ਕਿੰਨੀਆਂ ਕੁ ਮੁਕੰਮਲ ਹੋਈਆਂ ਨੇ, ਤੇ ਉਹਦੇ ਬਾਰੇ ਕੀ ਕਹਿੰਦੇ ਹੋ? ਮੋਹਿਤ ਜੀ, ਮੈਂ ਕਲੇਰ ਸਾਹਿਬ ਦੀ ਗੱਲ ਦਾ ਜਵਾਬ ਦਵਾਂਗਾ। ਪਹਿਲਾਂ ਕਲੇਰ ਸਾਹਿਬ ਨੇ ਦੋ ਗੱਲਾਂ ਉਠਾਈਆਂ ਨੇ। ਪਹਿਲੀ ਗੱਲ, ਅੱਜ ਵੀ ਸੋਸ਼ਲ ਮੀਡੀਆ ਤੇ ਉਸ ਵੇਲੇ ਦੀਆਂ ਵੀਡੀਓਜ਼ ਪਈਆਂ ਨੇ
ਕਿ ਜਿਸ ਵੇਲੇ ਗੁਟਕਾ ਸਾਹਿਬ ਨੂੰ ਫੜ ਕੇ ਸਹੁੰ ਖਾਧੀ ਗਈ ਸੀ ਉਹ ਕਿਹੜੀ ਚੀਜ਼ ਦੀ ਖਾਧੀ ਗਈ ਸੀ। ਜੇ ਤੁਸੀਂ ਉਹਨਾਂ ਪੁਰਾਣੀਆਂ ਵੀਡੀਓਜ਼ ਨੂੰ ਰੀਕਾਲ ਕਰੋ ਤਾਂ ਗੁਟਕਾ ਸਾਹਿਬ ਦੀ ਸਹੁੰ ਸਿਰਫ ਨਸ਼ਿਆਂ ਦੇ ਮੁੱਦੇ ਤੇ ਖਾਧੀ ਗਈ ਸੀ ਕਿ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਹਿਣਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਊਂ। ਸਿਰਫ ਨਸ਼ਿਆਂ ਦੇ ਮੁੱਦੇ ਤੇ ਸਹੁੰ ਸੀ। ਕਰਜ਼ੇ ਦੇ ਮੁੱਦੇ ਨੂੰ ਮੈਨੀਫੈਸਟੋ ਦੇ ਵਿੱਚ ਜ਼ਰੂਰ ਰੱਖਿਆ ਸੀ, ਦੁਹਰਾਇਆ ਜ਼ਰੂਰ ਸੀ, ਲੇਕਿਨ ਕਰਜ਼ੇ ਦੇ ਮੁੱਦੇ ਤੇ, ਬੇਅਦਬੀਆਂ ਦੇ ਮੁੱਦੇ ਤੇ, ਦੂਸਰਿਆਂ ਮੁੱਦਿਆਂ ਦੇ ਉੱਤੇ ਸਹੁੰ ਦਾ ਕੋਈ ਜ਼ਿਕਰ ਨਹੀਂ ਸੀ। ਸਹੁੰ ਜਿਹੜੀ ਸੀ ਉਹ ਸਿਰਫ ਤੇ ਸਿਰਫ ਇੱਕ ਮੁੱਦੇ ਤੇ ਸੀ ਤੇ ਉਸ ਮੁੱਦੇ ਤੇ ਆਪਣੇ ਵਿੱਤੋਂ ਬਾਹਰੇ ਹੋ ਕੇ ਕੰਮ ਕੀਤਾ। ਹਾਂ, ਮੈਂ ਇਹ ਜ਼ਰੂਰ ਕਹਿਣਾ, ਇਹਨਾਂ ਦੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿੰਨਾ ਕੰਮ ਹੋਣਾ ਚਾਹੀਦਾ ਸੀ ਉਹਨਾਂ ਕੰਮ ਨਹੀਂ ਹੋਇਆ। ਉਹਨਾਂ ਦੇ ਜਿਹੜੇ ਵੱਡੇ ਕਿੰਗਪਿਨ ਸੀਗੇ ਉਹਨਾਂ ਨੇ ਆਪਣੇ ਨਵੇਂ ਰਾਹ ਤਲਾਸ਼ ਲਏ ਨੇ ਤੇ ਉਹ ਸਿਸਟਮ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਿਆ, ਉਹ ਚੱਲ ਰਿਹਾ। ਲੇਕਿਨ ਜੇ ਲੱਕ ਤੋੜਨ ਦੀ ਗੱਲ ਸੀਗੀ ਤੇ ਲੱਕ ਜ਼ਰੂਰ ਤੋੜਿਆ ਗਿਆ। ਅੱਜ ਉਸ ਤਰੀਕੇ ਨਾਲ ਹੋਮ ਡਿਲੀਵਰੀ ਨਹੀਂ ਹੋ ਰਹੀ ਜਿਹੜੀ ਪਿਛਲੇ 10 ਸਾਲਾਂ ਦੇ ਵਿੱਚ ਨਸ਼ੇ ਦੀ ਹੋਮ ਡਿਲੀਵਰੀ ਹੁੰਦੀ ਰਹੀ ਸੀ। ਇਸ ਤੋਂ ਅੱਗੇ ਗੱਲ ਆਈ, ਇਹਨਾਂ ਨੇ ਸੰਗਤ ਦਰਸ਼ਨਾਂ ਦੀ ਗੱਲ ਕੀਤੀ ਹੈ। ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਸੰਗਤ ਦਰਸ਼ਨ ਵਰਤਾਰਾ ਹੁਣ ਦੇ ਡੈਮੋਕ੍ਰੈਟਿਕ ਸੈਟਅਪ ਤੋਂ ਹਟ ਕੇ ਰਾਜਾ ਤੇ ਪ੍ਰਜਾ ਵਾਲਾ ਸੈਟਅਪ ਦੁਹਰਾਉਣ ਵਾਲਾ ਵਰਤਾਰਾ ਸੀ, ਜਿਹਦੇ ਵਿੱਚ ਰਾਜਾ ਸਟੇਜ ਤੇ ਬੈਠਦਾ ਸੀ ਤੇ ਰਾਜਾ ਇਹ ਕਹਿੰਦਾ ਸੀ 10 ਕਿੰਨੇ ਪੈਸੇ ਚਾਹੀਦੇ ਆ, 10 ਕਿੰਨੇ ਪੈਸੇ ਚਾਹੀਦੇ ਆ, 10 ਕਿੰਨੇ ਪੈਸੇ ਚਾਹੀਦੇ ਆ। ਉੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੁਸ਼ਕਲਾਂ ਦੇ ਹੱਲ ਨਹੀਂ ਸੀ ਹੁੰਦੇ। ਉੱਥੇ ਸਿਰਫ ਪੰਚਾਇਤਾਂ ਨੂੰ ਫੰਡ ਵੰਡੇ ਜਾਂਦੇ ਸੀ, ਜਿਹੜਾ ਪਹਿਲੇ ਸਿਸਟਮ ਨੂੰ ਬ੍ਰੇਕ ਕਰ ਦਿੱਤਾ ਗਿਆ ਕਿ ਉਹ ਡਿਪਾਰਟਮੈਂਟ ਦੇ ਰਾਹੀਂ ਜਾ ਕੇ ਉੱਥੇ ਪਹੁੰਚਣੇ ਚਾਹੀਦੇ ਸੀ। ਉਹ ਸਿੱਧੇ ਸਰਪੰਚਾਂ ਨੂੰ ਮਿਲਣ ਲੱਗੇ ਤੇ ਉਹ ਜਿਹੜੇ ਵੰਡੇ ਗਏ ਫੰਡ ਸੀ ਉਹਨਾਂ ਦਾ ਅੱਜ ਤੱਕ ਕਿਸੇ ਨੇ ਕੋਈ ਹਿਸਾਬ ਨਹੀਂ ਲਿਆ ਕਿ ਵੀ ਉਹ ਲੱਗੇ ਕਿੱਥੇ ਤੇ ਉਹਨਾਂ ਦਾ ਹੋਇਆ ਕੀ। ਇਸ ਕਰਕੇ ਉਸ ਵਰਤਾਰੇ ਨੇ, ਉਹ ਜਿਹੜਾ ਵਰਤਾਰਾ ਸੀਗਾ ਰਾਜਾ ਤੇ ਪ੍ਰਜਾ ਵਾਲਾ, ਉਸ ਵਰਤਾਰੇ ਨੇ ਫਿਰ ਉਸ ਤੋਂ ਅੱਗੇ ਇੱਕ ਛੋਟਾਂ ਦੀ ਰਾਜਨੀਤੀ, ਫਰੀਜ਼ਮ ਦੀ ਰਾਜਨੀਤੀ, ਆਹ ਚੀਜ਼ ਤੁਹਾਡੇ ਵਾਸਤੇ ਫ੍ਰੀ, ਆਹ ਚੀਜ਼ ਤੁਹਾਡੇ ਵਾਸਤੇ ਫ੍ਰੀ, ਆਹ ਚੀਜ਼ ਤੁਹਾਡੇ ਵਾਸਤੇ ਫ੍ਰੀ। ਅਸਲ ਦੇ ਵਿੱਚ ਮਾਫ ਕਰਨਾ, ਸਾਰੀਆਂ ਪਾਰਟੀਆਂ ਇਸ ਗੱਲ ਨਾਲ ਸਹਿਮਤ ਹੋਣਗੀਆਂ ਕਿ ਰਾਜਨੀਤੀ ਗਵਰਨੈਂਸ ਇਹ ਨਹੀਂ ਕਹਿੰਦੀ ਕਿ ਆਹ ਚੀਜ਼ ਫ੍ਰੀ ਕਰ ਦਿਓ, ਆਹ ਚੀਜ਼ ਫ੍ਰੀ ਕਰ ਦਿਓ, ਆਹ ਚੀਜ਼ ਫ੍ਰੀ ਕਰ ਦਿਓ। ਗਵਰਨੈਂਸ ਇਹ ਕਹਿੰਦੀ ਹੈ ਟੂ ਕਲੈਕਟ ਦਾ ਰੈਵਨਿਊ ਐਂਡ ਟੂ ਫੈਸਿਲਿਟਾਈਜ਼ ਦਾ ਪੀਪਲ। ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ, ਲੇਕਿਨ ਉਹ ਸਹੂਲਤਾਂ ਦੇਣ ਦੀ ਰਾਜਨੀਤੀ ਦੀ ਬਜਾਏ ਛੋਟਾਂ ਦੀ ਰਾਜਨੀਤੀ ਉਸ ਸੰਗਤ ਦਰਸ਼ਨ ਦੀ ਪੈਦਾਇਸ਼ ਸੀ ਜੀ, ਰਾਜਾ ਤੇ ਪ੍ਰਜਾਵਾਦ ਦੀ ਪੈਦਾਇਸ਼ ਸੀਗੀ ਜਿਹੜੀ ਉਹ ਉੱਥੋਂ ਚੱਲੀ ਹੈ। ਇਸ ਤੋਂ ਅੱਗੇ ਉਸ ਵੇਲੇ ਦੀਆਂ ਜਿਹੜੀਆਂ ਗੱਲਾਂ ਸੀ ਇਹਨਾਂ ਨੇ ਹੋਰ ਗੱਲਾਂ ਕੀਤੀਆਂ ਨੇ ਹੁਣ ਵੀ। ਸਾਡਾ ਮੁੱਦਾ ਤਾਂ ਅੱਜ ਦੀ ਬਹਿਸ ਦਾ ਸੀਗਾ ਕਿ ਅਸੀਂ ਵਿਅਕਤੀਗਤ ਦੋਸ਼ ਤੇ ਲੈਵਲ ਡਿੱਗਣ ਵਾਲੀ ਗੱਲ ਜਿਹੜੀ ਆ ਉਹ ਨਹੀਂ ਕਰਨੀ, ਪਾਰਟੀਆਂ ਦੇ ਪ੍ਰੋਗਰਾਮਾਂ ਦੀ ਜਾਂ ਪਾਰਟੀਆਂ ਦੀ ਦੂਸ਼ਣਬਾਜ਼ੀ ਦੀ ਗੱਲ ਕਰਨੀ ਹੈ। ਤੇ ਨਾਂ ਤੇ 5-6 ਫੇਰ ਲੈ ਦਿੱਤੇ ਗਏ ਨੇ। ਮੇਰਾ ਖਿਆਲ ਉਹ ਜਿਹੜੇ ਵਿਅਕਤੀਆਂ ਦੇ ਇਹਨਾਂ ਨੇ ਨਾਂ ਲਏ ਨੇ ਸਣੇ ਮਨਿੰਦਰਪਾਲ ਦੇ, ਉਹ ਵਿਅਕਤੀ ਕਾਂਗਰਸ ਪਾਰਟੀ ਨਾਲੋਂ ਹੈਵੀ ਵੇਟ ਨਹੀਂ ਹੈਗੇ, ਭਾਰੇ ਨਹੀਂ ਹੈਗੇ। ਦੋਸ਼ ਕਾਂਗਰਸ ਪਾਰਟੀ ਤੇ ਬਣਦੇ ਨੇ, ਨਾ ਕਿ ਉਹਨਾਂ ਵਿਅਕਤੀਆਂ ਦੇ ਨਾਂ ਲੈ ਕੇ ਉਹਨਾਂ ਵਿਅਕਤੀਆਂ ਨੂੰ ਲੈਗ ਡਾਊਨ ਕਰਨਾ ਜਾਂ ਲੈਪ ਅਪ ਕਰਨਾ ਉਹ ਕੋਈ ਫਨ ਨਹੀਂ ਬਣਦਾ ਜੀ। ਕਲੇਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਕਲੇਰ ਸਾਹਿਬ ਕੀ ਕਹਿੰਦੇ ਹੋ? ਫਿਰ ਦੁਬਾਰਾ ਮੈਂ ਮਹਿੰਦਰਪਾਲ ਬਿੱਟੂ ਦਾ ਨਾਂ ਲਿਆ, ਇਹ ਕਹਿੰਦੇ ਕਿ ਉਹ ਕਾਂਗਰਸ ਤੋਂ ਉੱਪਰ ਨਹੀਂ ਹੈਗਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵੀ ਹੋਈ, ਉਹ ਤਾਂ ਮੁੱਖ ਦੋਸ਼ੀ ਹੈ। ਮੈਂ ਮੁੱਖ ਦੋਸ਼ੀ ਉਹਨਾਂ ਦੇ ਜਿਹੜੇ ਮਤਲਬ ਜਲਾਲਪੁਰ ਹੋਣਾ ਦੇ ਜਿਹੜੇ ਦੂਜੇ ਨਾਂ ਤੁਸੀਂ ਲੈ ਰਹੇ ਕਿ ਕਾਂਗਰਸੀ ਲੀਡਰਾਂ ਦੇ ਨਾਂ ਲੈ ਕੇ ਦੋਸ਼ ਲਾ ਰਹੇ ਹੋ, ਮੈਂ ਉਹਨਾਂ ਦੀ ਗੱਲ ਕੀਤੀ। ਨਿੰਦਰਪਾਲ ਜੀ, ਉਹ ਦੋਸ਼ ਨੇ ਉਹ ਤਾਂ ਜਨਤਾ ਦੀ ਕਚਹਿਰੀ ਦੇ ਵਿੱਚ ਨੇ। ਕੀ ਉਹ ਪੰਜਾਬ ਦੇ ਮੁੱਦੇ ਨਹੀਂ? ਕੀ ਅਗਰ ਤੁਸੀਂ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਔਰ ਉੱਥੇ ਰਾਜਪੁਰੇ ਮੁੱਖ ਮੰਤਰੀ ਦੇ ਆਪ ਦੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੀਆਂ ਅਵੈਧ ਫੈਕਟਰੀਆਂ ਫੜੀਆਂ ਜਾਣ, ਤਰਨਤਾਰਨ 120 ਬੰਦੇ ਮਰ ਜਾਣ, ਕੀ ਉਹ ਲੋਕਾਂ ਦੇ ਮੁੱਦੇ ਨਹੀਂ? ਇਹ ਗੱਲ ਦੱਸੀ ਜਾਵੇ। ਅਗਰ ਇੱਕ ਬਜ਼ੁਰਗ ਮਾਤਾ ਦਸੂਹੇ ਦੇ ਵਿੱਚ ਇਲਜ਼ਾਮ ਲਾਉਂਦੀ ਹੈ ਕਿ ਮੇਰੀ 25 ਕਿੱਲੇ ਜ਼ਮੀਨ ਦੇ ਉੱਤੇ ਮਾਈਨਿੰਗ ਚੱਲ ਰਹੀ ਹੈ ਔਰ ਦਰਸ਼ਨ ਬਰਾੜ ਜਿਹੜੇ ਕਾਂਗਰਸ ਐਮਐਲਏ ਨੇ ਤੇ ਉਹਨਾਂ ਦੇ ਬੇਟੇ ਤੇ ਸਿੱਧਾ ਇਲਜ਼ਾਮ ਹੈ ਔਰ ਤੁਹਾਡੀ ਸਰਕਾਰ ਨੇ ਕਾਰਵਾਈ ਕੀਤੀ ਹੈ, 1.5 ਕਰੋੜ ਦਾ ਫੋਰੈਸਟ ਨੇ ਜੁਰਮਾਨਾ ਪਾਇਆ ਤੁਹਾਡੇ ਆਪ ਦੇ ਐਮਐਲਏ ਨੂੰ, ਤੇ ਕੀ ਇਹ ਲੋਕਾਂ ਦੇ ਮੁੱਦੇ ਨਹੀਂ? ਔਰ ਕਦੋਂ ਪਾਇਆ? ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਾਥ ਛੱਡ ਕੇ ਨਵਜੋਤ ਸਿੱਧੂ ਦੀ ਕਿਸ਼ਤੀ ਸਵਾਰ ਹੋ ਗਏ, ਫਿਰ 1.5 ਕਰੋੜ ਦਾ ਜੁਰਮਾਨਾ ਪਾਇਆ ਜਾਂਦਾ ਹੈ। ਤਾਂ ਮੇਰਾ ਸਿੱਧਾ ਸਵਾਲ ਹੈ ਕਿ ਕਿਉਂ 4.5 ਸਾਲ ਜਨਤਾ ਦੇ ਪੈਸੇ ਦੀ ਲੁੱਟ ਹੋਣ ਦਿੱਤੀ ਗਈ ਔਰ ਜਦੋਂ ਆਪਦਾ ਸਿਆਸੀ ਮੁਫਾਦ ਆਇਆ ਤੇ ਸਰਕਾਰ ਜਾਗ ਗਈ। ਇਹ ਸਾਰੇ ਲੋਕਾਂ ਦੇ ਮੁੱਦੇ ਨੇ ਮਨਿੰਦਰਪਾਲ ਜੀ। ਲੋਕਾਂ ਦੇ ਮੁੱਦੇ ਚੱਕਣ ਦਾ ਹੀ ਰਾਜਨੀਤੀ ਪਾਰਟੀਆਂ ਨੂੰ ਕਰਨੀ ਚਾਹੀਦੀ ਹੈ। ਅਗਰ ਕਿਸੇ ਤੇ ਇਲਜ਼ਾਮ ਹੈ ਤਾਂ ਉਹਦਾ ਸਪਸ਼ਟੀਕਰਨ ਵੀ ਰਾਜਨੀਤਿਕ ਪਾਰਟੀਆਂ ਨੇ ਦੇਣਾ। ਔਰ ਤੁਹਾਡੇ ਆਪਦੇ ਪ੍ਰਧਾਨ ਕਾਂਗਰਸ ਦੇ
ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦਾ ਹੁਣੇ ਚੱਕਿਆ। ਉਹਨਾਂ ਨੇ ਕਿਹਾ ਕਿ ਜੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੈਸ਼ਨ ਬੁਲਾ ਕੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਉਹ ਪੰਜਾਬੀਆਂ ਦੇ ਨਾਲ ਧੋਖਾ ਹੈ। ਇਹ ਜਨਤਾ ਦਾ ਮੁੱਦਾ ਹੈ। ਇਹਦੇ ਤੇ ਕਾਂਗਰਸ ਜਵਾਬ ਦੇ ਹੈ ਕਿ ਉਹਨਾਂ ਦਾ ਪ੍ਰਧਾਨ ਆਪਦੀ ਸਰਕਾਰ ਦੇ ਉੱਤੇ ਸਵਾਲ ਚੱਕ ਰਿਹਾ ਹੈ, ਤਾਂ ਇਹਦੇ ਬਾਰੇ ਸਪਸ਼ਟੀਕਰਨ ਸਰਕਾਰ ਨੂੰ ਦੇਣਾ ਪਊਗਾ। ਇਹ ਕੋਈ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ, ਇਹ ਕਿਸਾਨਾਂ ਦੇ ਮੁੱਦੇ ਦੀ ਗੱਲ ਹੈ, ਇਹ ਲੋਕਾਂ ਦਾ ਮੁੱਦਾ ਜੀ। ਮੁੱਦੇ ਜਿਹੜੇ ਨੇ ਸਾਰੇ ਹੀ ਇੰਟਰ ਰਿਲੇਟ ਕਰਦੇ ਨੇ ਆਪਸ ਦੇ ਵਿੱਚ, ਸਾਰੀ ਗੱਲਾਂ ਆਪਸ ਵਿੱਚ ਕਿਤੇ ਨਾ ਕਿਤੇ ਜੁੜਦੀਆਂ ਨੇ, ਤੇ ਇਦਾਂ ਹੀ ਜਿਹੜੀ ਗੱਲਬਾਤ ਹੈ ਉਹ ਚੱਲਦੀ ਰਹੇਗੀ। ਫਿਲਹਾਲ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਤੋਂ ਦੁਬਾਰਾ ਜੁੜਦੇ ਹਾਂ ਸਾਰੇ ਸੱਜਣਾ ਦੇ ਨਾਲ ਤੇ ਗੱਲਬਾਤ ਅੱਗੇ ਤੋਰਦੇ ਹਾਂ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਤੇ ਮੁੱਦਾ ਜਿਹੜਾ ਹੈ ਚੱਲ ਰਿਹਾ ਬਿਆਨਬਾਜ਼ੀ ਦੇ ਉੱਪਰ ਲੈ ਕੇ, ਭਾਵੇਂ ਕਿਸੇ ਨੂੰ ਠੇਸ ਪਹੁੰਚਾਉਣ ਦੀ ਗੱਲ ਹੋਵੇ ਤੇ ਭਾਵੇਂ ਬਿਆਨਾਂ ਦੇ ਰਾਹੀਂ ਝੂਠ ਬੋਲ ਕੇ ਲੋਕਾਂ ਨੂੰ ਵਰਗਲਾਉਣ ਦੀ ਜਿਹੜੀ ਹੈ ਗੱਲ ਕੀਤੀ ਜਾਵੇ। ਸੋ ਹੁਣ ਮੈਂ ਸਭ ਤੋਂ ਪਹਿਲਾਂ ਸਵਾਲ ਜਿਹੜਾ ਕੇਐਸ ਮੱਲੀ ਸਾਹਿਬ ਤੋਂ ਪੁੱਛਦਾ ਹਾਂ ਕਿ ਤੁਹਾਡੀ ਪਾਰਟੀ ਦੇ ਜਿਹੜੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਕਾਫੀ ਬਿਆਨ ਟਾਈਮ ਟੂ ਟਾਈਮ ਦਿੱਤੇ ਜਾਂਦੇ ਨੇ ਜੋ ਕਿ ਥੋੜੇ ਜਿਹੇ ਮਤਲਬ ਸਹੀ ਨਹੀਂ ਹੁੰਦੇ। ਕਹਿਣ ਦਾ ਮਤਲਬ ਕਿ ਬੋਲ ਦੇਣਾ ਬਟ ਬਾਅਦ 'ਚ ਉਹ ਗੱਲ ਪੁੱਗਣੀ ਨਾ। ਸੋ ਬਾਅਦ 'ਚ ਭਾਵੇਂ ਮਾਫੀ ਮੰਗਣੀ ਜਾਂ ਕੁਝ ਹੋਰ ਗੱਲਾਂ ਕਰਨੀਆਂ। ਜਿਵੇਂ ਦਿੱਲੀ ਦੇ ਵਿੱਚ ਰੀਸੈਂਟਲੀ ਥੋੜੇ 1 ਸਾਲ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੇ ਪੁਲਿਸ ਕਾਂਸਟੇਬਲ ਜਿਹੜੇ ਕਰੋਨਾ ਕਰਕੇ ਜਿਹਨਾਂ ਦੀ ਡੈਥ ਹੋ ਗਈ ਸੀਗੀ, ਉਹਨਾਂ ਦੇ ਪਰਿਵਾਰ ਨੂੰ ਕੁਝ ਕਰੋੜ ਰੁਪਏ ਦੀ ਜਾਂ ਕੁਝ ਰਾਸ਼ੀ ਦਿੱਤੀ ਜਾਵੇਗੀ, ਪਰ ਹੁਣ ਤੱਕ ਉਹ ਨਹੀਂ ਦਿੱਤੀ ਗਈ। ਸੋ ਕਹਿਣ ਦਾ ਭਾਵ ਮੋਟਾ ਕਿ ਲੋਕਾਂ ਨੂੰ ਮਾਈਕ ਦੇ ਉੱਪਰ ਬਿਆਨ ਦੇ ਦੇਣਾ ਕਿ ਅਸੀਂ ਆਹ ਕਰਾਂਗੇ, ਪਰ ਇੱਕ ਤਰ੍ਹਾਂ ਦਾ ਝੂਠ ਜਿਹੜਾ ਹੈ ਉਹ ਡਿਲੀਵਰ ਕਰਨਾ, ਜਿਸ ਕਰਕੇ ਲੋਕ ਜਿਹੜੇ ਨੇ ਨਾਰਾਜ਼ ਨੇ। ਉਹਦੇ ਬਾਰੇ ਕੀ ਕਹਿੰਦੇ ਹੋ? ਦੇਖੋ ਮੋਦੀ, ਇਦਾਂ ਦੀ ਗੱਲ ਨਹੀਂ ਹੈ ਕਿ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਨੇ ਗੱਲ ਜਿਹੜੀ ਕਹੀ ਹੈਗੀ ਆ ਉਹ ਪੂਰੀ ਕੀਤੀ ਹੈਗੀ ਆ। ਜੇ ਉਹਨੇ ਕਿਹਾ ਸੀਗਾ ਕਿ ਜਿਹੜਾ ਵੀ ਉੱਥੇ ਸਿਪਾਹੀ ਮਰੇਗਾ, ਕਰੋਨਾ ਕਰਕੇ ਮਰੇਗਾ, ਜਾਂ ਕੋਈ ਡਾਕਟਰ ਵਰਗਾ ਜਾਂ ਜਿਹੜੇ ਮਰਨਗੇ ਤਾਂ ਉਹਨੂੰ ਕਰੋੜ ਦਿੱਤਾ ਜਾਵੇਗਾ, ਉਹਨੂੰ ਬਗੈਰ ਦਿੱਤਾ ਹੈਗਾ ਆ। ਨਹੀਂ ਸਰ, 9 ਮਹੀਨੇ ਹੋ ਚੁੱਕੇ, 9 ਮਹੀਨੇ ਹੋ ਚੁੱਕੇ ਨੇ। ਉਹਨਾਂ ਦੀ ਵਾਈਫ ਨੇ ਰੀਸੈਂਟਲੀ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਸ਼ਿਕਾਇਤ ਦਰਜ ਕੀਤੀ ਹੈ ਕਿ ਹਾਂ ਵੀ ਆਹ ਬਿਆਨ ਦਿੱਤਾ ਸੀਗਾ ਤੇ ਹਜੇ ਤੱਕ ਉਹਦਾ ਕੋਈ ਟੈਕਨੀਕਲ ਕੋਈ ਹੋਗਾ ਕਾਰਨ ਵੀ ਨਾ ਦੇਣ ਦਾ, ਜਾਂ ਉਹ ਕੋਰੋਨਾ ਨਹੀਂ ਮਰਿਆ ਉਦਾਂ ਉਹਨੇ ਕਲੇਮ ਕੀਤਾ ਕਿ ਇਦਾਂ ਹੋਗਾ। ਅਦਰਵਾਈਜ਼ ਕੋਈ ਪੋਲੀਟੀਕਲ ਕੇਸ ਹੋ ਸਕਦਾ, ਕੋਈ ਇੱਕ ਅੱਧਾ ਜਿਹਦਾ ਕੋਈ ਡਿਸਪਿਊਟ ਹੋਏਗਾ। ਅਦਰਵਾਈਜ਼ ਜਿੰਨੇ ਵੀ ਕੈਜੂਅਲਟੀ ਹੋਈ ਹੈਗੀ ਕੋਰੋਨਾ ਕਰਕੇ, ਉਹਨਾਂ ਨੂੰ ਬਕਾਇਦਾ ਸਾਰਾ ਉਹ ਮੋੜ ਦਿੱਤਾ ਗਿਆ ਜਿਹੜਾ ਦਿੱਲੀ ਸਰਕਾਰ ਨੇ ਅਨਾਉਂਸ ਕੀਤਾ ਸੀਗਾ। ਜੀ ਕਲੇਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਇੱਥੇ? ਕਲੇਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਮੱਲੀ ਸਾਹਿਬ ਨੂੰ ਸਿਰਫ ਕਰੈਕਟ ਕਰਨਾ ਚਾਹੁੰਦਾ ਜੀ ਕਿ ਜਿਹੜਾ 1 ਕਰੋੜ ਦਾ ਉਹਨਾਂ ਨੇ ਕਿਹਾ ਸੀ ਜਿਹਦੀ ਸ਼ਹੀਦੀ ਹੋਊਗੀ ਕਿਸੇ ਸਾਡੇ ਫੌਜੀ ਵੀਰ ਦੀ, ਇਹ ਉਹਨਾਂ ਨੂੰ ਇਨਾਮ ਕਿਹਾ ਸੀ। ਔਰ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਦਾ ਪਰਿਵਾਰ ਕੋਰਟ ਦੇ ਵਿੱਚ ਲੜਾਈ ਲੜ ਰਿਹਾ, ਦਿੱਲੀ ਸਰਕਾਰ ਨੇ ਨਹੀਂ ਦਿੱਤੀ। ਇਹ ਫੈਕਚੁਅਲ ਪੋਜੀਸ਼ਨ ਹੈ ਮੱਲੀ ਸਾਹਿਬ, ਇਹ ਕੋਈ ਇਲਜ਼ਾਮਬਾਜ਼ੀ ਨਹੀਂ। ਫੈਕਚੁਅਲ ਪੋਜੀਸ਼ਨ ਹੈ ਕਿ ਉਹ ਸ਼ਹੀਦ ਦਾ ਪਰਿਵਾਰ ਕੋਰਟ ਦੇ ਵਿੱਚ ਲੜਾਈ ਲੜ ਰਿਹਾ ਦਿੱਲੀ ਸਰਕਾਰ। ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦਿੰਦਾ ਹੈਗਾ। ਮੈਂ ਇੱਕ ਬੇਨਤੀ ਕਰਦਾ ਹੈਗਾ ਆ ਕਿ ਮੋਸਟਲੀ ਦਿੱਤੇ ਗਏ ਹੈਗੇ ਆ। ਅਗਰ ਕੋਈ ਟੈਕਨੀਕਲ ਕਾਰਨ ਕੋਈ ਹੋਇਆ ਹੋਗਾ ਕਿਸੇ ਪਰਟੀਕੁਲਰ ਕੇਸ ਦੇ ਵਿੱਚ, ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ। ਅਦਰਵਾਈਜ਼ ਕੋਈ ਵੀ ਬੰਦਾ ਏਦਾਂ ਨਹੀਂ ਕਹਿ ਸਕਦਾ ਜਿਹੜੇ ਕੋਲ ਉੱਥੇ ਫੌਜੀ ਮਰੇ ਹੈਗੇ ਆ ਜਾਂ ਕੋਈ ਸਿਪਾਹੀ ਮਰੇ ਹੈਗੇ ਉਹਨੂੰ ਨਾ ਦਿੱਤਾ ਹੋਵੇ। ਏਦਾਂ ਕੋਈ ਗੱਲਬਾਤ ਨਹੀਂ। ਕੋਈ ਹੋਇਆ ਇੱਕ ਅੱਧਾ ਕੇਸ ਹੋ ਸਕਦਾ ਜਿਹੜਾ ਕੋਈ ਟੈਕਨੀਕਲ ਕੋਈ ਕਾਰਨ ਹੋਗਾ ਜਿਹੜਾ ਕੋਰਟ ਡਿਸਾਈਡ ਕਰੇਗਾ ਉਹਦੇ ਵੈਦਰ ਦੇ ਇੰਟੈਂਟ অর ਨਾਟ, that court will decide regarding that। ਮੈਂ ਮੱਲੀ ਸਾਹਿਬ ਦੇ ਨਾਲ 2-3 ਚੀਜ਼ਾਂ ਦਿੱਲੀ ਦੇ ਮੁੱਦੇ ਤੇ ਜ਼ਰੂਰ ਡਿਸਕਸ ਕਰਨੀਆਂ ਚਾਹੂੰਗਾ ਕਿ ਮੱਲੀ ਸਾਹਿਬ, ਅਗਰ ਤੁਸੀਂ ਜ਼ਿਕਰ ਦਿੱਲੀ ਦਾ ਕਰਦੇ ਹੋ, ਹਰ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਜਕਰਤਾ ਲੀਡਰ ਹੈ ਉਹ ਪੰਜਾਬ ਦੇ ਵਿੱਚ ਦਿੱਲੀ ਮਾਡਲ ਦੀ ਗੱਲ ਕਰਦਾ ਹੈ। ਪਰ ਅੱਜ ਜਦੋਂ ਕਰੋਨਾ ਦਾ ਵਕਤ ਆਇਆ ਤਾਂ ਇਸ ਗੱਲ ਦਾ ਸਾਰਾ ਪੰਜਾਬ ਗਵਾਹ ਹੈ, ਸਾਰੇ ਦੇਸ਼ ਗਵਾਹ ਹੈ ਕਿ ਦਿੱਲੀ ਚੋਂ ਲੋਕਾਂ ਨੇ ਭੱਜ ਕੇ ਆ ਕੇ ਪੰਜਾਬ, ਹਰਿਆਣਾ ਦੇ ਹਸਪਤਾਲਾਂ ਦੇ ਵਿੱਚ ਜਾਨ ਗਵਾਈ, ਆਪਣੀ ਜਾਨ ਬਚਾਈ। ਤੇ ਤੁਸੀਂ ਦੇਖੋਗੇ ਕਿ ਉਹ ਦਿੱਲੀ ਮਾਡਲ ਹੈਲਥ ਦਾ ਕਿੱਥੇ ਹੈ ਤੁਹਾਡਾ? ਤੁਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ, ਅੱਜ ਮੁਹੱਲਾ ਕਲੀਨਿਕਾਂ ਬੰਦ ਹੋ ਗਈਆਂ, ਸਿਰਫ 250 ਕਲੀਨਿਕ ਖੁੱਲੀ ਰਹਿ ਗਈ। ਔਰ ਆਰਟੀਆਈ ਦੀ ਇਨਫੋਰਮੇਸ਼ਨ ਹੈ ਕਿ ਮੁਹੱਲਾ ਕਲੀਨਿਕ ਦੇ ਬਜਟ ਨਾਲੋਂ ਤੁਹਾਡਾ ਐਡਵਰਟਾਈਜ਼ਮੈਂਟ ਦਾ ਬਜਟ ਕਿੰਨਾ ਗੁਣਾ ਵੱਧ ਹੈ। ਮੁਹੱਲਾ ਕਲੀਨਿਕਾਂ ਦਾ ਬਜਟ ਸਿਰਫ 25 ਕਰੋੜ ਦਾ ਹੈ ਤੇ ਦਿੱਲੀ ਸਰਕਾਰ ਕਈ ਸੈਂਕੜੇ ਕਰੋੜ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਰਹੀ ਹੈ। ਸੋ ਦਿੱਲੀ ਦਾ ਜਿਹੜੇ ਮਾਡਲ ਦੀ ਤੁਸੀਂ ਗੱਲ ਕਰਦੇ ਹੋ, ਮੇਰੇ ਬੜੇ ਸਪਸ਼ਟ ਸਵਾਲ ਨੇ। ਅੱਜ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੀ ਯਾਦ ਆ ਜਾਂਦੀ ਹੈ। ਉਹ ਪੰਜਾਬ ਦੇ ਵਿੱਚ ਆ ਕੇ ਕਹਿੰਦੇ ਨੇ ਜੀ ਕਿ 300 ਯੂਨਿਟ ਮਾਫ, ਜਦਕਿ ਉਰੇ ਐਸਸੀ ਬੀਸੀ ਨੂੰ 400 ਯੂਨਿਟ ਮਾਫ ਹੈ, ਖੇਤੀ ਸੈਕਟਰ ਨੂੰ ਬਿਜਲੀ ਮਾਫ ਹੈ। ਪਰ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ ਉਦੋਂ ਸਵਾਲ ਖੜਾ ਕਰਦੇ ਜਦੋਂ ਦਿੱਲੀ ਦੇ ਮੁੱਖ ਮੰਤਰੀ SYL ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਉਲਟ ਐਫੀਡੇਵਿਟ ਦਿੰਦੇ ਨੇ। ਉਹ ਕਹਿੰਦੇ ਨੇ ਕਿ ਦਿੱਲੀ ਨੂੰ ਪਾਣੀ ਚਾਹੀਦਾ। ਜਦੋਂ ਪੰਜਾਬ ਦੀ ਪਰਾਲੀ ਦਾ ਧੂਆਂ ਦਿੱਲੀ ਪਹੁੰਚਦਾ ਹੈ ਤਾਂ ਉਹਦੇ ਲਈ ਪੰਜਾਬ ਦੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਔਰ 1 ਕਰੋੜ ਦੇ ਫਾਈਨ ਦਾ ਅਗਰ ਕਿਸੇ ਨੇ ਔਨ ਰਿਕਾਰਡ ਸਵਾਗਤ ਕੀਤਾ ਤਾਂ ਅਰਵਿੰਦ ਕੇਜਰੀਵਾਲ ਹੈ। ਪੰਜਾਬ ਦੇ ਥਰਮਲਾਂ ਨੂੰ ਬੰਦ ਕਰਨ ਲਈ ਦਿੱਲੀ ਦੀ ਸੁਪਰੀਮ ਕੋਰਟ ਪਟੀਸ਼ਨ ਪਾਈ ਜਾਂਦੀ ਹੈ। ਤਾਂ ਮੇਰਾ ਸਿਰਫ ਇੱਕ ਸਵਾਲ ਹੈ ਕਿ ਕਿਉਂ ਨਹੀਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ? ਔਰ ਜਦੋਂ ਕੇਜਰੀਵਾਲ
ਪੰਜਾਬ ਦੇ ਵਿਰੁੱਧ ਕੋਈ ਸਟੈਪ ਚੱਕਦੇ ਨੇ ਉਹਦਾ ਕਿਉਂ ਨਹੀਂ ਵਿਰੋਧ ਕੀਤਾ ਜਾਂਦਾ, ਚਾਹੇ ਭਗਵੰਤ ਮਾਨ ਹੈ, ਚਾਹੇ ਹਰਪਾਲ ਚੀਮਾ ਹੈ, ਤੇ ਚਾਹੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਹੈ। ਇਹ ਸਾਹਿਬ ਵੈਸੇ ਤੁਸੀਂ ਮੁੱਦੇ ਤੋਂ ਉੱਪਰ ਉੱਠ ਕੇ ਗੱਲ ਕਰਦੇ ਹੈਗੇ, ਆਪਣਾ ਮੁੱਦਾ ਨਹੀਂ ਹੈਗਾ, ਪਰ ਫਿਰ ਮੈਂ ਤੁਹਾਨੂੰ ਜਵਾਬ ਦੇ ਰਿਹਾ ਇਸ ਗੱਲ ਦਾ। ਜਿੱਥੇ ਤੁਸੀਂ ਇਹ ਗੱਲ ਕਹੀ ਹੈਗੀ ਆ ਕਿ ਦਿੱਲੀ ਦੇ ਪੇਸ਼ੈਂਟ ਜਿਹੜੇ ਹੈਗੇ ਆ ਕੋਰੋਨਾ ਦੁਆਰਾ ਪੰਜਾਬ 'ਚ ਆਏ ਆ, ਤਾਂ ਪਹਿਲੀ ਗੱਲ ਤਾਂ ਇਹ ਆ ਕਿ ਤੁਹਾਡੇ ਗਵਰਨਮੈਂਟ ਹਸਪੀਟਲ ਪੰਜਾਬ ਦੇ ਬਿਲਕੁਲ ਸਾਰੇ ਫੇਲ ਹੋ ਚੁੱਕੇ ਹੈਗੇ ਆ। ਜੇ ਉਹ ਆਏ ਆ ਤਾਂ ਸਿਰਫ ਪ੍ਰਾਈਵੇਟ ਹਸਪੀਟਲ 'ਚ ਆਏ ਹੈਗੇ ਆ, ਜਿੱਥੇ ਕਿ ਬਹੁਤ ਲੁੱਟ ਹੋਈ ਹੈਗੀ ਆ। ਜਿੱਥੋਂ ਇਹ ਗੱਲ ਹੈ ਵੀ ਆਏ ਕਿਉਂ ਹੈਗੇ ਆ, ਉਹਦਾ ਕਾਰਨ ਇਹ ਆ ਕਿ ਜਦੋਂ ਸਮੁੰਦਰ ਵਿੱਚ ਤੂਫਾਨ ਆਉਂਦਾ ਨਾ, ਸਾਰੇ ਨਦੀ ਸਾਰੇ ਭਰ ਜਾਂਦੀਆਂ ਹੈਗੀਆਂ। ਉੱਥੇ ਆਇਆ ਸੀਗਾ ਤੂਫਾਨ, ਉੱਥੇ ਆਇਆ ਸੀਗਾ ਸਮੁੰਦਰ ਦਾ, ਉੱਥੇ ਆਇਆ ਸੀਗਾ ਹੜ੍ਹ, ਆਇਆ ਸੀਗਾ ਕੋਰੋਨਾ ਦਾ, ਜਿਹਦੇ ਕਰਕੇ ਜਿੰਨੀ ਕੈਪੈਸਿਟੀ ਸੀਗੀ ਹਸਪਤਾਲ ਦੀ ਉਹ ਤਾਂ ਕਈ ਗੁਣਾ ਵੱਧ ਜਿਹੜੇ ਪੇਸ਼ੈਂਟ ਹੋ ਗਏ ਆ, ਜਿਸ ਕਾਰਨ ਕਰਕੇ ਉਹ ਪੂਰੀ ਹਸਪਤਾਲ ਭਰਨ ਤੋਂ ਬਾਅਦ ਆਉਣਾ ਪਿਆ ਹੈਗਾ। ਇਹ ਕਾਰਨ ਹੋਇਆ, ਅਦਰਵਾਈਜ਼ ਉੱਥੇ ਪੂਰਾ ਟ੍ਰੀਟਮੈਂਟ ਹੈਗਾ। ਮੇਰਾ ਭਰਾ ਉੱਥੇ ਰਹਿੰਦਾ ਆ, ਸਾਡੇ ਫੈਮਿਲੀ ਉੱਥੇ ਰਹਿੰਦੀਆਂ ਆ, ਉਹ ਸਾਰੇ ਦੱਸਦੇ ਕਿ ਬਿਲਕੁਲ ਸਹੀ ਟ੍ਰੀਟਮੈਂਟ ਹੋ ਰਿਹਾ, ਕੋਈ ਏਦਾਂ ਗੱਲਬਾਤ ਨਹੀਂ ਹੈਗੀ। ਸਿਰਫ ਆਹੀ ਕਾਰਨ ਬਣਿਆ ਹੈਗਾ। ਹੁਣ ਦੱਸ ਦਿਓ ਉਸ ਤੋਂ ਜਦ ਕੋਰੋਨਾ ਕੰਟਰੋਲ ਹੈਗਾ ਉਸ ਤੋਂ ਬਾਅਦ ਦੱਸ ਦਿਓ ਕਿੰਨੇ ਆਏ ਪੇਸ਼ੈਂਟ ਪੰਜਾਬ ਦੇ ਵਿੱਚ। ਮੈਂ ਦੁਬਾਰਾ ਮੁੱਦੇ ਵੱਲ ਆਉਂਦਾ ਵਾਂ। ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਝੂਠ ਜਿਹੜੇ ਬਿਆਨਬਾਜ਼ੀ ਨੇ ਉਹ ਕਾਫੀ ਅੱਜ ਕੱਲ੍ਹ ਚਰਚਾ ਵਿੱਚ ਹੈ। ਸੋ ਸਿਮਿਲਰਲੀ ਰੀਸੈਂਟਲੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਦਿੱਲੀ ਜਾਂਦੇ ਨੇ, ਆਪਣੇ ਹੋਮ ਮਿਨਿਸਟਰ ਨੂੰ ਮਿਲਦੇ ਨੇ ਤੇ ਇੱਥੇ ਆ ਕੇ ਟਵੀਟ ਕਰ ਦਿੰਦੇ ਨੇ, ਲੋਕਾਂ ਨੂੰ ਆਖਦੇ ਨੇ ਕਿ ਅਸੀਂ ਤਾਂ ਬਈ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ ਵੀ ਚੰਗੀ ਤਰ੍ਹਾਂ ਗੱਲਬਾਤ ਕੀਤੀ ਹੈ। ਐਂਡ ਉਸ ਤੋਂ ਤੁਰੰਤ ਬਾਅਦ ਹੋਮ ਮਿਨਿਸਟਰੀ ਟਵੀਟ ਕਰਕੇ ਕਹਿੰਦੀ ਹੈ ਕਿ ਨਹੀਂ, ਇਸ ਮੁੱਦੇ ਦੇ ਉੱਪਰ ਕੋਈ ਗੱਲਬਾਤ ਨਹੀਂ ਹੋਈ। ਤੇ ਇੱਦਾਂ ਦੀਆਂ ਹੋਰ ਵੀ ਗੱਲਾਂ ਬਾਤਾਂ ਨੇ। ਝੂਠ ਜਿਹੜਾ ਹੈ ਲੋਕਾਂ ਨੂੰ ਕਿਹਾ ਜਾਂਦਾ ਹੈ, ਪਰ ਉਸ ਤੋਂ ਬਾਅਦ ਕਿਉਂਕਿ ਅੱਜ ਕੱਲ੍ਹ ਕੋਈ ਵੀ ਚੀਜ਼ ਲੁਕੀ ਨਹੀਂ ਹੈ, ਖਾਸ ਕਰਕੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਸਾਫ਼ ਤੌਰ ਤੇ ਅਸੀਂ ਪੁਰਾਣੀਆਂ ਚੀਜ਼ਾਂ ਵੀਡੀਓ ਜਿਹੜੀਆਂ ਹੈ ਆਪਾਂ ਆਰਾਮ ਨਾਲ ਦੇਖ ਲੈਂਦੇ ਹਾਂ, ਆਪਾਂ ਪਤਾ ਲੱਗ ਜਾਂਦਾ ਕਿ ਕੌਣ ਕਿੰਨਾ ਕੁ ਝੂਠ ਬੋਲ ਰਿਹਾ। ਸੋ ਉਹਦੇ ਬਾਰੇ ਕਲੀਅਰ ਸਾਹਿਬ ਤੁਸੀਂ ਕੀ ਕਹਿੰਦੇ ਹੋ ਕਿ ਉੱਥੇ ਕੁਝ ਬਿਆਨ ਕਰਨੇ ਤੇ ਉਹਨਾਂ ਵੱਲੋਂ ਸਾਫ਼ ਹੀ ਸਪਸ਼ਟੀਕਰਨ ਆ ਜਾਂਦਾ ਕਿ ਬਈ ਸਾਡੇ ਨਾਲ ਤੇ ਇਸ ਮੁੱਦੇ ਤੇ ਗੱਲ ਵੀ ਨਹੀਂ ਹੋਈ? ਨਹੀਂ, ਮੇਰਾ ਤਾਂ ਸਪਸ਼ਟੀਕਰਨ ਦੀ ਲੋੜ ਹੀ ਨਹੀਂ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਤੋਂ ਬਾਅਦ ਦੁਬਾਰਾ ਬਿਆਨ ਜਾਰੀ ਕਰਤਾ ਸੀ ਕਿ ਸਪੀਕਰ ਦੇ ਚੈਂਬਰ ਦੇ ਵਿੱਚ ਮੇਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਔਰ ਬੀਜੇਪੀ ਸਰਕਾਰ ਉਸ ਤੋਂ ਬਾਅਦ ਉਸ ਗੱਲ ਦਾ ਖੰਡਨ ਨਹੀਂ ਕਰ ਸਕੀ ਸੀ। ਤਰਾਸਦੀ ਇਹ ਹੈ ਜੀ, ਅਸੀਂ ਇਹ ਗੱਲ ਕਹਿੰਦੇ ਹਾਂ ਕਿ ਬੀਜੇਪੀ ਸਾਡੀ ਭਾਈਵਾਲ ਰਹੀ ਹੈ ਔਰ ਅਟਲ ਬਿਹਾਰੀ ਵਾਜਪਾਈ ਸਾਹਿਬ ਦਾ ਜੋ ਸਮਾਂ ਸੀ, ਜਿਸ ਤਰੀਕੇ ਦੇ ਨਾਲ ਉਦੋਂ ਅਲਾਏ ਪਾਰਟਨਰ ਨਾਲ ਗੱਲ ਕੀਤੀ ਜਾਂਦੀ ਸੀ, ਫੈਸਲੇ ਲਏ ਜਾਂਦੇ ਸੀ, ਜਿਹੜੀ ਅੱਜ ਦੀ ਬੀਜੇਪੀ ਹੈ ਮੋਦੀ ਅਮਿਤ ਸ਼ਾਹ ਦੀ, ਤਾਂ ਤਾਨਾਸ਼ਾਹ ਨੇ। ਅਸੀਂ ਪੰਜਾਬ ਦੇ ਮੁੱਦੇ ਬਹੁਤ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ, ਚਾਹੇ 84 ਦੇ ਜਿਹੜੇ ਦੰਗਿਆਂ ਦਾ, ਉਦੋਂ ਜੈਨੋਸਾਈਡ ਦਾ ਇਨਸਾਫ ਮਾੜਾ ਮੋਟਾ ਜਿੰਨਾ ਕੁ ਮੱਲਮ ਲਾ ਸਕੇ ਉਹ ਪ੍ਰੈਸ਼ਰ ਪਾ ਕੇ ਲਵਾਇਆ, ਕਾਲੀ ਸੂਚੀ ਮਾਫ ਕਰਾਈ। ਪਰ ਜਿਹੜੀ ਬੀਜੇਪੀ ਅਮਿਤ ਸ਼ਾਹ ਨਰਿੰਦਰ ਮੋਦੀ ਦੀ ਜੋੜੀ ਹੈ, ਤਾਨਾਸ਼ਾਹ ਨੇ। ਔਰ ਇਸੇ ਗੱਲ ਦੇ ਉੱਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਇਹਨਾਂ ਦੇ ਨਾਲ ਗੱਲ ਕੀਤੀ ਔਰ ਲੋਕ ਸਭਾ ਦੇ ਸਪੀਕਰ ਦੇ ਦਫ਼ਤਰ ਦੇ ਵਿੱਚ ਇਹ ਗੱਲ ਹੋਈ ਹੈ, ਤੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਤਾਂ ਹੋਮ ਮਿਨਿਸਟਰੀ ਇਹਦੇ ਤੇ ਕੋਈ ਦੁਬਾਰਾ ਸਪਸ਼ਟੀਕਰਨ ਨਹੀਂ ਦੇ ਸਕੀ, ਕਿਉਂਕਿ ਸਪੀਕਰ ਸਾਹਿਬ ਦਾ ਜਿਹੜਾ ਕਮਰਾ ਹੈ ਉਹਦੀ ਪ੍ਰੋਪਰ ਵੀਡੀਓ ਰਿਕਾਰਡਿੰਗ ਹੁੰਦੀ ਹੈ। ਸੋ ਉਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਔਰ ਅਮਿਤ ਸ਼ਾਹ ਸਾਹਿਬ ਜਾਂ ਹੋਮ ਮਿਨਿਸਟਰੀ ਉਸ ਤੋਂ ਬਾਅਦ ਉਸ ਤੇ ਕੋਈ ਗੱਲ ਨਹੀਂ ਕਹਿ ਸਕਦੀ ਜੀ। ਸੋ ਮੁੱਦੇ ਦੇ ਨਾਲ ਇੱਕ ਹੋਰ ਟੌਪਿਕ ਇਹ ਵੀ ਰਲਦਾ ਹੈ ਕਿ ਜਿਹੜੇ ਅਲੱਗ-ਅਲੱਗ ਨੇਤਾ ਨੇ ਕਿਸੇ ਵੀ ਪਾਰਟੀ ਦੇ ਭਾਵੇਂ ਹੋਣ, ਜਿਵੇਂ ਕਿ ਪਹਿਲਾਂ ਮੈਂ ਗੱਲ ਕੀਤੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਕਾਫੀ ਅਵੇਲੇਬਲ ਰਹਿੰਦੇ ਨੇ, ਪਰ ਜਦੋਂ ਪਾਵਰ ਵਿੱਚ ਆ ਜਾਂਦੇ ਨੇ ਤਾਂ ਉਹਨਾਂ 'ਚ ਕੋਈ ਹੋਮਾ ਆ ਜਾਂਦਾ। ਕੀ ਆ ਜਾਂਦਾ? ਕਿਉਂਕਿ ਉਹ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਬਦਸਲੂਕੀ ਕਰਦੇ ਹੋਏ ਨਜ਼ਰ ਆਉਂਦੇ ਨੇ। ਹਰ ਇੱਕ ਪਾਰਟੀ ਦਾ ਇਹੀ ਹਾਲ ਹੈ। ਸੋ ਸਭ ਤੋਂ ਪਹਿਲਾਂ ਮੈਂ ਜਿਹੜੇ ਕਾਂਗਰਸ ਦੇ ਪੱਲਾਸੋਰ ਜੀ ਨੇ ਉਹਨਾਂ ਤੋਂ ਪੁੱਛਦਾ ਵਾਂ ਕਿ ਤੁਹਾਡੀ ਹੀ ਪਾਰਟੀ ਦੇ ਕਾਫੀ ਸਾਰੇ MLAs ਜਿਹੜੇ ਨੇ ਉਹ ਵੀਡੀਓ ਸਾਹਮਣੇ ਆਉਂਦੀਆਂ ਨੇ, ਬਿਆਨ ਸਾਹਮਣੇ ਆਉਂਦੇ ਨੇ, ਕਿਸੇ ਅਫਸਰਸ਼ਾਹੀ ਨੂੰ ਮਤਲਬ ਕਿੱਦਾਂ ਜ਼ਬਾਨ ਜਿਹੜੀ ਹੈ, ਸ਼ਬਦਾਵਲੀ ਕਿਵੇਂ ਦੀ ਵਰਤੀ ਜਾਂਦੀ ਹੈ, ਲੋਕਾਂ ਦੇ ਨਾਲ ਕਿਵੇਂ ਬੋਲਦੇ ਨੇ। ਪਹਿਲਾਂ ਤਾਂ ਤੁਸੀਂ ਕਹਿੰਦੇ ਹੋ, ਹਰ ਇੱਕ ਪਾਰਟੀ ਕਹਿੰਦੀ ਕਿ ਅਸੀਂ ਤਾਂ ਸੇਵਾ ਕਰਾਂਗੇ ਜਦੋਂ ਅਸੀਂ ਪਾਵਰ ਵਿੱਚ ਆ ਗਏ, ਪਰ ਉਹ ਸੇਵਾ ਇਹੋ ਜਿਹੀ ਸੇਵਾ ਹੋ ਗਈ ਆ? ਜਿੱਥੋਂ ਤੱਕ ਮੇਰੀ ਅਫਸਰਸ਼ਾਹੀ ਦਾ ਸਵਾਲ ਹੈ, ਅਫਸਰਸ਼ਾਹੀ ਕਿਉਂਕਿ ਡੈਮੋਕ੍ਰੈਟਿਕ ਸਿਸਟਮ ਚੋਂ ਨਹੀਂ ਨਿਕਲਦੀ, ਉਹ ਆਪਣੀ ਲਿਆਕਤ ਨਾਲ ਆਈ ਹੁੰਦੀ ਹੈ, ਉਹ ਲੋਕਾਂ ਅੱਗੇ ਜਵਾਬਦੇਹ ਨਹੀਂ ਹੁੰਦੇ। ਇਸ ਕਰਕੇ ਕਿਤੇ ਨਾ ਕਿਤੇ ਹਉਮੈ ਵਸ, ਹੰਕਾਰ ਵਸ ਉਹਨਾਂ ਦਾ ਲੋਕਾਂ ਦੇ ਪ੍ਰਤੀ ਰਵੱਈਆ ਉਹ ਨਹੀਂ ਰਹਿੰਦਾ ਜਿਹੜਾ ਰਹਿਣਾ ਚਾਹੀਦਾ ਲੋਕ ਸੇਵਕ ਵਜੋਂ। ਪਰ ਸਿਆਸੀ ਨੁਮਾਇੰਦੇ ਕਿਉਂਕਿ ਲੋਕਾਂ ਦੇ ਵਿੱਚੋਂ ਨਿਕਲ ਕੇ ਲੋਕਾਂ ਦੁਆਰਾ ਚੁਣੇ ਹੋਏ, ਲੋਕਾਂ ਦੁਆਰਾ ਬਣਾਏ ਹੋਏ ਹੁੰਦੇ ਨੇ, ਇਸ ਕਰਕੇ ਸਿਆਸੀ ਬੰਦਾ ਜਦੋਂ ਵੀ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਪੈਂਦੀਆਂ ਨੇ, ਸਮਾਂ ਵੰਡਿਆ ਜ਼ਰੂਰ ਜਾਂਦਾ ਉਹਨਾਂ ਜ਼ਿੰਮੇਵਾਰੀਆਂ ਦੇ ਵਿੱਚ, ਪਰ ਕਦੀ ਵੀ ਲੋਕਾਂ ਤੋਂ ਪਾਸੇ ਰਹਿ ਕੇ, ਲੋਕਾਂ ਤੋਂ ਪਾਸੇ ਚੱਲ ਕੇ, ਲੋਕਾਂ ਨੂੰ ਅਫਸਰਸ਼ਾਹੀ ਦੇ ਹਵਾਲੇ ਕਰਕੇ ਕਦੀ ਵੀ ਇਸ ਤਰ੍ਹਾਂ ਦਾ ਸਿਸਟਮ ਦੇ ਵਿੱਚ ਨਹੀਂ ਹੋਇਆ ਜੀ। ਵੈਸੇ ਤਾਂ ਸਾਰੇ ਹੀ ਜਿਹੜੇ ਅੱਜ ਸਾਡੇ ਜਿਹੜੇ ਪੈਨਲ ਦੇ ਜਿਹੜੇ ਦੋਸਤ ਜੁੜੇ ਨੇ ਉਹ ਕਾਨੂੰਨ ਦੇ ਨਾਲ ਸੰਬੰਧ ਰੱਖਦੇ ਨੇ। ਸੋ ਜਿਹੜਾ ਡੈਫਾਮੇਸ਼ਨ ਦਾ ਜਿਹੜਾ ਮੁੱਦਾ ਚੱਕਿਆ ਜਾਂਦਾ ਕਿ ਉਹਨੂੰ ਯੂਜ਼ ਨਹੀਂ ਕੀਤਾ ਜਾਂਦਾ ਤਾਂ ਜੋ ਇੱਕ ਜਿਹੜੀ ਪਰੰਪਰਾ ਜਿਹੜੀ ਚੱਲ ਚੁੱਕੀ ਹੈ, ਇੱਕ ਗਲਤ ਉਦਾਹਰਨ ਜਿਹੜੀ ਬਣਾਈ ਜਾ ਰਹੀ ਹੈ ਲੋਕਾਂ ਦੇ ਵਿੱਚ, ਉਸ ਨੂੰ ਬੰਦ ਕੀਤਾ ਜਾਵੇ। ਇਸ ਸਵਾਲ ਨੂੰ ਮੈਂ ਕਲੀਅਰ ਸਾਹਿਬ ਤੋਂ ਪੁੱਛਦਾ ਵਾਂ। ਕਲੀਅਰ ਸਾਹਿਬ, ਕੀ ਅਜਿਹਾ ਜਿਹਾ ਪ੍ਰੋਵੀਜ਼ਨ ਨਹੀਂ ਸੀ ਕੀਤਾ ਜਾ ਸਕਦਾ? ਨਹੀਂ, ਬਿਲਕੁਲ ਕੀਤਾ ਗਿਆ ਜੀ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ 2017 ਦੀ ਚੋਣ ਦੇ ਦੌਰਾਨ
ਅਰਵਿੰਦ ਕੇਜਰੀਵਾਲ ਵੱਲੋਂ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮਜੀਠੀਆ ਸਾਹਿਬ ਦੇ ਉੱਤੇ ਲਗਾਤਾਰ ਵਾਰ ਕੀਤੇ ਗਏ, ਔਰ ਡੈਫੇਮੇਸ਼ਨ ਦਾ ਕੇਸ ਜਦੋਂ ਉਹਨਾਂ ਤੇ ਪਾਇਆ ਗਿਆ ਤਾਂ ਲਿਖਤੀ ਮਾਫੀ ਦੇ ਕੇ ਉਹ ਪੰਜਾਬ ਦੇ ਵਿੱਚੋਂ ਗਏ ਨੇ। ਉਹਨਾਂ ਨੇ ਮੰਨਿਆ ਇਹ ਗੱਲ ਨੂੰ ਕਿ ਮੈਂ ਬਿਨਾਂ ਸਬੂਤਾਂ ਤੋਂ ਇਹ ਬਿਆਨਬਾਜ਼ੀ ਕੀਤੀ ਸੀ ਜਿਹਦਾ ਕੋਈ ਆਧਾਰ ਨਹੀਂ, ਸੋ ਮੈਂ ਇਸ ਦੀ ਜਨਤਕ ਤੌਰ ਤੇ ਮਜੀਠੀਆ ਸਾਹਿਬ ਤੋਂ ਮਾਫੀ ਮੰਗਦਾ। ਸੋ ਇਹ ਗੱਲਾਂ ਹੁੰਦੀਆਂ ਨੇ। ਸੋ ਮੈਂ ਫੇਰ ਦੁਬਾਰਾ ਕਹਿਣਾ ਕਿ ਲੀਡਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਕਰਦੇ ਨੇ, ਕੋਈ ਵੀ ਐਸੀ ਬਿਆਨਬਾਜ਼ੀ ਜਿਹਦਾ ਕੋਈ ਆਧਾਰ ਨਾ ਹੋਵੇ ਨਹੀਂ ਕਰਨੀ ਚਾਹੀਦੀ, ਕਿਉਂਕਿ ਬਾਅਦ ਦੇ ਵਿੱਚ ਜਦੋਂ ਮਾਫੀ ਮੰਗਣੀ ਪੈਂਦੀ ਹੈ ਉਦੋਂ ਲੀਡਰ ਤਾਂ ਮਾਫੀ ਮੰਗ ਕੇ ਉਰੋਂ ਨਿਕਲ ਜਾਂਦੇ ਨੇ, ਪਰ ਜਿਹੜਾ ਨੁਕਸਾਨ ਹੈ ਉਸ ਪਾਰਟੀ ਦੇ ਵਰਕਰ ਦਾ ਹੁੰਦਾ ਹੈ ਜਿਹੜਾ ਉਹ ਲੀਡਰਾਂ ਦੇ ਮਗਰ ਲੱਗ ਕੇ ਐਸੀ ਰਾਜਨੀਤੀ ਕਰ ਰਿਹਾ ਹੁੰਦਾ। ਜੀ ਮੱਲੀ ਸਾਹਿਬ ਤੁਸੀਂ ਕੀ ਕਹਿੰਦੇ ਹੋ? ਮੈਂ ਤਾਂ ਕਹਿਣਾ ਚਾਹੁੰਦਾ ਹੈਗਾ ਕਿ ਜਿਹੜੇ ਵੀ ਭਾਸ਼ਾ ਹੋਣੀ ਚਾਹੀਦੀ ਆ, ਕੋਈ ਇਲੈਕਸ਼ਨ ਦਾ ਨੇਤਾ ਉਹਨੂੰ ਆਪਣੇ ਉਹਦੇ ਵਿੱਚ ਰਹਿਣਾ ਚਾਹੀਦਾ ਹੈਗਾ, ਤੇ ਉਹਨੂੰ ਕੋਈ ਵੀ ਏਦਾਂ ਵਾਧੂ ਘੱਟ ਗੱਲ ਏਦਾਂ ਨਹੀਂ ਕਹਿਣੀ ਚਾਹੀਦੀ ਜਿਹੜੇ ਕਿਸੇ ਪਾਰਟੀ ਦੇ ਜਾਂ ਕਿਸੇ ਇੰਡੀਵਿਜੂਅਲ ਬੰਦੇ ਦੇ ਉਹਦੇ ਕਰੈਕਟਰ ਦੇ ਖਿਲਾਫ ਹੋਵੇ ਜਾਂ ਉਹਦੇ ਕੋਈ ਉਹਦਾ ਇੰਡੀਵਿਜੂਅਲ ਉਹਦੇ ਖਿਲਾਫ ਹੋਵੇ। ਜਿਹੜੀ ਰਾਜਨੀਤੀ ਹੈਗੀ ਆ ਹਮੇਸ਼ਾ ਮੁੱਦੇ ਉੱਪਰ ਰਹਿਣੀ ਚਾਹੀਦੀ, ਨਾ ਕਿ ਇੰਡੀਵਿਜੂਅਲਿਟੀ ਤੇ ਚਾਹੀਦੀ ਹੈਗੀ ਆ। ਸੋ ਜਿਹੜੀ ਆ ਇਸ ਕਰਕੇ ਤਾਂ ਹੀ ਉਹ ਪੰਜਾਬ ਵਿੱਚ ਗਾਂ ਵਧੀਆ ਮਾਹੌਲ ਹੋ ਸਕਦਾ ਜੇ ਮੁੱਦੇ ਉੱਪਰ ਰਾਜਨੀਤੀ ਕੀਤੀ ਜਾਵੇ, ਬਜਾਏ ਇਹਦੇ ਕਿ ਪੋਲੀਟੀਕਲ ਕਿਸੇ ਨੇਤਾ ਦੇ ਖਿਲਾਫ ਜਾਂ ਪੋਲੀਟੀਕਲ ਬੰਦੇ ਖਿਲਾਫ ਬੋਲਿਆ ਜਾਵੇ, ਉਹ ਵੀ ਤੱਥਾਂ ਤੋਂ ਬਗੈਰ ਬੋਲਿਆ ਜਾਵੇ। ਸੋ ਜਿਹੜੀ ਇਹ ਹੋਣੀ ਚਾਹੀਦੀ ਹੈਗੀ ਆ ਭਾਸ਼ਾ, ਬਿਲਕੁਲ ਵਧੀਆ ਭਾਸ਼ਾ ਹੋਣੀ ਚਾਹੀਦੀ ਹੈਗੀ ਆ, ਤਾਂ ਕਿ ਲੋਕੀ ਵੀ ਉਹਨੂੰ ਐਕਸੈਪਟ ਕਰਨ। ਜਿਹੜੇ ਆਪੋਜੀਸ਼ਨ ਬੰਦੇ ਹੈਗੇ ਆ ਉਹ ਵੀ ਕਹਿਣ ਕਿ ਠੀਕ ਹੈ ਬੰਦਾ ਸਹੀ ਬੋਲਿਆ, ਕਿਸੇ ਇੰਡੀਵਿਜੂਅਲ ਦੇ ਉੱਪਰ ਅਟੈਕ ਨਹੀਂ ਕੀਤਾ ਹੈਗਾ। ਜੀ ਬਾਕੀ ਦੋਸਤੋ ਜਿਹੜੇ ਮੁੱਦੇ ਹੁੰਦੇ ਨੇ ਉਹ ਬੜੇ ਗੰਭੀਰ ਮੁੱਦੇ ਹੁੰਦੇ ਨੇ। ਇਹ ਕੋਈ ਹਾਸੋਹੀਣੀ ਦਾ ਕੋਈ ਟੌਪਿਕ ਨਹੀਂ ਕਿ ਹਾਂ ਵੀ ਇਹਦੇ ਤੇ ਟਿੱਚਰਬਾਜੀ ਕਰਤੀ ਜਾਂ ਮਜ਼ਾਕ ਕਰਤਾ ਜਾਂ ਫਿਰ ਕਿਸੇ ਹੋਰ ਨੂੰ ਝੂਠ ਬੋਲ ਕੇ ਲੋਕਾਂ ਨੂੰ ਵਰਗਲਾਤਾ। ਸੋ ਮੁੱਦਿਆਂ ਦੇ ਉੱਪਰ ਇੱਕ ਸੀਰੀਅਸਲੀ ਜਿਹੜੀ ਚਰਚਾ ਹੋਣੀ ਚਾਹੀਦੀ ਤਾਂ ਜੋ ਲੋਕਾਂ ਦਾ ਭਲਾ ਕੀਤਾ ਜਾਵੇ, ਕਿਉਂਕਿ ਲੋਕ ਹੀ ਇਹਨਾਂ ਨੂੰ ਚੁਣਦੇ ਨੇ। ਸੋ ਇਸੇ ਕਰਕੇ ਅੱਜ ਅਸੀਂ ਇਸ ਮੁੱਦੇ ਨੂੰ ਚੁਣਿਆ ਤੇ ਜਿਹੜਾ ਟੌਪਿਕ ਹੈ ਜਿਸ ਦੇ ਵਿਚਾਰ ਚਰਚਾ ਉਹ ਇੱਦਾਂ ਹੀ ਜਾਰੀ ਰਹੇਗੀ। ਫਿਲਹਾਲ ਵੇਲਾ ਅੱਜ ਕੱਲ੍ਹ ਛੋਟੀ ਜੀ ਬ੍ਰੇਕ ਦਾ। ਲੋ ਜੀ ਸਵਾਗਤ ਹੈ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਸਾਡੀ ਜਿਹੜੀ ਅੱਜ ਦਾ ਜਿਹੜਾ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਸੋ ਉਸ ਨੂੰ ਥੋੜਾ ਸਾਰਥਕ ਮਤਲਬ ਇੱਕ ਡਾਇਰੈਕਸ਼ਨ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਹੁਣ ਸਾਰੇ ਹੀ ਜਿਹੜੇ ਸਾਡੇ ਨਾਲ ਨੁਮਾਇੰਦੇ ਜਿਹੜੇ ਜੁੜੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਜਿਹੜੀ ਚੀਜ਼ ਚੱਲ ਰਹੀ ਹੈ, ਇੱਕ ਜਿਹੜੀ ਗਲਤ ਪਰਿਭਾਸ਼ਾ ਜਿਹੜੀ ਹੈ ਬਣ ਰਹੀ ਲੋਕਾਂ ਦੇ ਵਿੱਚ ਕਿ ਬਈ ਜਿਹੜੀ ਪੋਲੀਟਿਕਸ ਹੈ ਉਹ ਤਾਂ ਬਸ ਜੀ ਮਜ਼ਾਕ ਕਰ ਲਓ, ਸੋਹਾਂ ਖਾ ਲਓ, ਟਿੱਚਰਬਾਜੀ ਕਰ ਲਓ ਤੇ ਬਸ ਨੇਤਾ ਬਣ ਜਾਂਦੇ ਨੇ। ਜਦਕਿ ਨੇਤਾ ਇੱਕ ਬੜਾ ਅਹਿਮ ਇਨਸਾਨ ਹੁੰਦਾ ਜੋ ਕਿ ਸੁਸਾਇਟੀ ਵਿੱਚ ਉੱਠਦਾ ਹੈ ਤੇ ਲੋਕਾਂ ਦਾ ਭਲਾ ਕਰਦਾ, ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਦਾ। ਸੋ ਮੈਂ ਵਾਰੀ-ਵਾਰੀ ਸਾਰੇ ਹੀ ਜਿਹੜੇ ਸਾਡੇ ਨਾਲ ਦੋਸਤ ਜੁੜੇ ਨੇ ਉਹਨਾਂ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਇਹ ਜਿਹੜਾ ਦੌਰ ਜਿਹੜਾ ਚੱਲ ਰਿਹਾ ਇਸ ਨੂੰ ਅਸੀਂ ਬਦਲ ਸਕਦੇ ਹਾਂ। ਇੱਕ ਨਵੀਂ ਪਰਿਭਾਸ਼ਾ ਜਾਂ ਫਿਰ ਪੁਰਾਣੀ ਪਰਿਭਾਸ਼ਾ ਜਿਹੜੀ ਅਸਲ ਪਰਿਭਾਸ਼ਾ ਹੋਣੀ ਚਾਹੀਦੀ ਹੈ ਉਹਦੇ 'ਚ ਅਸੀਂ ਤਬਦੀਲ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਮੈਂ ਅਮਰਿੰਦਰ ਸਿੰਘ ਪੱਲਾਸੋਰ ਜੀ ਤੋਂ ਪੁੱਛਦਾ ਵਾਂ ਕਿ ਕਿਵੇਂ ਇਸ ਸਿਸਟਮ ਨੂੰ, ਕਿਵੇਂ ਇਸ ਰਵਾਇਤ ਨੂੰ ਚੇਂਜ ਕੀਤਾ ਜਾ ਸਕਦਾ ਹੈ। ਇਸ ਸਿਸਟਮ ਨੂੰ ਪੁਰਾਣੇ ਪਲੇਟਫਾਰਮ ਤੇ ਪੁਰਾਣੇ ਮੁਕਾਮ ਤੇ ਲੈ ਕੇ ਜਾਣ ਵਾਸਤੇ ਜਾਂ ਜਿਹੜੀ ਅਸੀਂ ਨਵੀਂ ਚੀਜ਼ ਸੋਚਦੇ ਹਾਂ ਜਿਹਦੇ ਵਿੱਚ ਦੁਬਾਰਾ ਪਾਰਟੀ ਪ੍ਰੋਗਰਾਮਾਂ ਦੀ ਗੱਲ ਆਵੇ ਨਾ ਕਿ ਸ਼ਖਸੀਅਤਾਂ ਦੀ ਲੜਾਈ ਦੀ ਗੱਲ ਆਵੇ, ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਜਮਹੂਰੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਮਿੱਟੀ ਦੇ ਵਿੱਚ ਮਿਲਾਇਆ ਗਿਆ, ਮੇ ਬੀ ਉਹ ਇਲੈਕਸ਼ਨ ਕਮਿਸ਼ਨ ਹੈ, ਮੇ ਬੀ ਉਹ ਸੁਪਰੀਮ ਕੋਰਟ ਦੇ ਹੁਕਮ ਨੇ, ਮੇ ਬੀ ਉਹ ਸੰਸਥਾਵਾਂ ਜਿਨ੍ਹਾਂ ਨੂੰ ਨੇ ਇੱਕ ਡਾਇਰੈਕਸ਼ਨਸ, ਇੱਕ ਲਾਈਨ ਖੜੀ ਕਰਨੀ ਹੈ ਜਿਹਦੇ ਤੇ ਸਿਆਸੀ ਲੋਕਾਂ ਨੇ ਚੱਲਣਾ। ਜਦੋਂ ਉਹਨਾਂ ਸੰਸਥਾਵਾਂ ਨੂੰ ਦਾ ਅਸੀਂ ਇਹ ਹਾਲ ਵੇਖਦੇ ਹਾਂ ਤਾਂ ਉਹ ਚੀਜ਼ ਕੁਛ ਹੱਦ ਤੱਕ ਲੋਕਾਂ ਨੂੰ ਸ਼ਹਿ ਦਿੰਦੀ ਹੈ ਕਿ ਉਹ ਫਿਰ ਨਿੱਜੀ ਦੂਸ਼ਣਬਾਜ਼ੀ ਕਰਕੇ ਆਪਣੀ ਵਿਅਕਤੀਗਤ ਉਭਾਰ ਵੱਲ ਨੂੰ ਆਉਂਦੇ ਨੇ। ਪਾਰਟੀਆਂ ਦੇ ਉਭਾਰ ਵਾਸਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਸਾਡੀ ਰਜਿਸਟਰਡ ਆਰਗੇਨਾਈਜੇਸ਼ਨ ਇਲੈਕਸ਼ਨ ਕਮਿਸ਼ਨ ਆਪ ਨਿਰਪੱਖ ਹੋ ਕੇ ਪਾਰਟੀਆਂ ਵਾਸਤੇ ਇੱਕ ਸੇਧ ਜਾਰੀ ਕਰੇ ਤੇ ਪਾਰਟੀਆਂ ਉਸ ਸੇਧ ਲਾਈਨ ਦੇ ਵਿੱਚ ਰਹਿ ਕੇ ਆਪਣਾ ਪੋਲੀਟੀਕਲ ਪ੍ਰੋਸੈਸ ਜਿਹੜਾ ਉਹਨੂੰ ਅੱਗੇ ਲੈ ਕੇ ਜਾਣ। ਜੀ ਸੋ ਜਿਵੇਂ ਕਲਾਸਰੂਮ ਦੇ ਵਿੱਚ ਇੱਕ ਮੋਨੀਟਰ ਖੜਾ ਕੀਤਾ ਜਾਂਦਾ ਕਿ ਹਾਂ ਵੀ ਉਹ ਸਾਰਾ ਧਿਆਨ ਰੱਖਦਾ। ਸੋ ਤੁਹਾਡੇ ਕਹਿਣ ਦਾ ਮਤਲਬ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਇੱਕ ਮੋਨੀਟਰ ਦਾ ਰੋਲ ਅਦਾ ਕਰੇ, ਪਰ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਇਲੈਕਸ਼ਨ ਕਮਿਸ਼ਨ ਵੀ ਸਮੇਂ-ਸਮੇਂ ਤੇ ਹੀ ਉਹ ਮਤਲਬ ਪੱਖਪਾਤ ਜਿਹੜਾ ਹੈ ਉਹ ਕਰ ਦਿੰਦਾ ਹੈ। ਸੋ ਚਲੋ ਉਮੀਦ ਇਹੀ ਕਰਦੇ ਹਾਂ ਕਿ ਜੋ ਤੁਸੀਂ ਗੱਲ ਆਖੀ ਹੈ ਉੱਦਾਂ ਹੀ ਹੋਵੇ। ਸੋ ਨੈਕਸਟ ਅਸੀਂ KS ਮੱਲੀ ਜੀ ਤੋਂ ਪੁੱਛਦੇ ਹਾਂ ਕਿ ਤੁਹਾਡਾ ਕੀ ਵਿਚਾਰ ਹੈ, ਤੁਹਾਡਾ ਕੀ ਸੁਜੈਸ਼ਨ ਹੈ ਕਿ ਕਿਵੇਂ ਅਸੀਂ ਦੁਬਾਰਾ ਪਹਿਲਾਂ ਵਾਂਗ ਜਾਂ ਇੱਕ ਨਵੀਂ ਐਗਜ਼ਾਮਪਲ ਜਿਹੜੀ ਹੈ ਉਹ ਸੈੱਟ ਕਰ ਸਕਦੇ ਹਾਂ। ਕਿਉਂਕਿ ਅਮਰਿੰਦਰ ਪਾਲ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈਗੀ ਆ। ਅੱਜ ਕੱਲ ਲੋਕਾਂ ਦੇ ਵਿੱਚ ਨੇਤਾਵਾਂ ਪ੍ਰਤੀ ਰਿਸਪੈਕਟ ਹੈਗੀ ਬਹੁਤ ਘੱਟ ਗਈ ਹੈਗੀ ਆ। ਲੋਕੀ ਸਮਝਦੇ ਪਏ ਇਹ ਤਾਂ ਵਪਾਰ ਕਰਨ ਆਏ ਹੈਗੇ ਆ, ਇਨਵੈਸਟਮੈਂਟ ਕਰਦੇ ਆ ਇਲੈਕਸ਼ਨ ਦੇ ਵਿੱਚ, ਉਸ ਤੋਂ ਬਾਅਦ ਪੈਸੇ ਇਕੱਠੇ ਕਰਦੇ ਆ, ਜੇ
2 ਕਰੋੜ ਖਾਤਾ ਕੀਤਾ ਤਾਂ 20 ਕਰੋੜ ਇਕੱਠਾ ਕਰਦੇ ਬਾਅਦ ਵਿੱਚ। ਔਰ ਸੁਪਰੀਮ ਕੋਰਟ ਦੀ ਵੀ ਇਹ ਟਿੱਪਣੀ ਹੈਗੀ ਆ ਕਿ ਜਿਹੜਾ ਇੱਕ MLA ਜਾਂ MP ਬਣਦਾ ਉਹਦੀ ਜਿਹੜੀ ਇਨਕਮ ਹੈਗੀ ਆ 500 ਗੁਣਾ ਵੱਧ ਜਾਂਦੀ ਹੈਗੀ ਆ ਉਹਦੀ। ਇਹ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈਗੀ ਆ। ਸੋ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਵਾਂਗੂ ਜਿਹੜਾ ਹੋਣਾ ਚਾਹੀਦਾ ਸਿਸਟਮ, ਤਾਂ ਜਿਹੜੇ ਵੀ ਪਾਰਟੀ ਆਪਣੇ ਪ੍ਰੋਗਰਾਮ ਦਿੰਦੀ ਆਪਣੇ ਮੈਨੀਫੈਸਟੋ ਜਾਰੀ ਕਰਦੀ ਆ, ਪਹਿਲੀ ਗੱਲ ਤਾਂ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈਗਾ। ਅਗਰ ਉਸ ਮੈਨੀਫੈਸਟੋ ਮੁਤਾਬਕ ਆਪਣੇ ਪੂਰੇ ਨਹੀਂ ਉਤਰਦੇ 50 ਸਾਲਾਂ ਦੌਰਾਨ, ਤਾਂ ਉਸ ਪਾਰਟੀ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈਗਾ। ਉਹ ਪਾਰਟੀ ਜਿਹੜੀ ਹੈ ਕਿ ਰਜਿਸਟਰ ਕਰਨੀ ਚਾਹੀਦੀ ਹੈਗੀ ਆ, ਔਰ ਉਹਨੂੰ ਇਲੈਕਸ਼ਨ ਲੜਨ ਤੇ ਉਹ ਤੇ ਬੈਨ ਹੋਣਾ ਚਾਹੀਦਾ ਹੈਗਾ ਆ। ਉਹ ਜੇ ਇਸ ਤਰ੍ਹਾਂ ਦੀਆਂ ਜਿਹੜਾ ਇਲੈਕਸ਼ਨ ਕਮਿਸ਼ਨ ਹੈਗੇ ਇਹਦਾ ਹਦਾਇਤਾਂ ਜਾਰੀ ਕਰੇ, ਉਹ ਜੱਜ ਦੇ ਕਾਨੂੰਨ ਬਣਨ, ਤਾਂ ਹੀ ਉਹਦੇ ਵਿੱਚ ਸੁਧਾਰ ਹੋ ਸਕਦਾ ਹੈ। ਜਦੋਂ ਤੱਕ ਸਖਤਾਈ ਨਹੀਂ ਕਰਦਾ ਇਲੈਕਸ਼ਨ ਕਮਿਸ਼ਨ ਜਾਂ ਸਰਕਾਰਾਂ ਨਹੀਂ ਕਰਦੇ ਸਖਤਾਈ, ਉਦੋਂ ਤੱਕ ਇਹ ਰਹਿਣਾ ਹੈ। ਸੋ ਮੈਂ ਤਾਂ ਇਹੀ ਕਹਿੰਦਾ ਹੈਗਾ ਵੀ ਅਗਰ ਜਿਹੜਾ ਮੁੱਦੇ ਦੇ ਜਿਹੜੀ ਲੜਾਈ ਲੜੀ ਜਾਵੇ ਉਹੀ ਮੁੱਦਾ ਰਹੇਗੀ, ਨਾ ਕਿ ਇੰਡੀਵਿਜੂਅਲ ਤੌਰ ਤੇ ਜਿਹੜੀ ਹੈਗੀ ਲੜਾਈ ਲੜੀ ਜਾਂਦੀ ਉਹ ਰਹਿ ਗਈ ਆ। ਸੋ ਇਹਦੇ ਬਾਰੇ ਸੁਧਾਰ ਲਿਆਉਣ ਵਾਸਤੇ ਇਹ ਜ਼ਰੂਰੀ ਹੈਗਾ ਕਿ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਆ ਉਹ ਸਖਤ ਹੋਣਾ ਚਾਹੀਦਾ ਹੈਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਜਿਹੜਾ ਮੈਨੀਫੈਸਟੋ ਲੀਗਲ ਡਾਕੂਮੈਂਟ ਕਲੀਅਰ ਕਰਨਾ ਚਾਹੀਦਾ, ਤਾਂ ਕਿ ਹਰੇਕ ਪਾਰਟੀ ਸੋਚ ਸਮਝ ਕੇ ਲੋਕਾਂ ਨਾਲ ਵਾਅਦੇ ਕਰੇ ਔਰ ਅਕੋਰਡਿੰਗਲੀ ਜਿਹੜੇ ਹੈਗੇ ਵਾਅਦੇ ਪੂਰੇ ਕਰੇ ਜੇ ਪਾਵਰ ਆਉਂਦੀ ਹੈ ਤਾਂ। ਜੀ, ਸੋ ਆਖਰੀ ਮੈਂ ਕਲੀਅਰ ਜੀ ਤੋਂ ਪੁੱਛਣ ਤੋਂ ਪਹਿਲਾਂ ਇੱਕ ਹੋਰ ਗੱਲ ਇੱਥੇ ਕਹਿ ਦੇਵਾਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਬਿਆਨਬਾਜ਼ੀ ਹੈ ਉਹ ਕਿਵੇਂ ਚੱਲ ਰਹੀ ਹੈ, ਕਿਵੇਂ ਇੱਕ ਦੂਜੇ ਨੂੰ ਮਾੜਾ ਮੰਦਾ ਜਿਹੜਾ ਹੈ ਬੋਲਿਆ ਜਾ ਰਿਹਾ, ਪਰ ਸੇਮ ਟਾਈਮ ਤੇ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਕਾਫੀ ਐਕਟਿਵ ਹੈ, ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਵੀ ਇਹ ਕੰਮ ਕੀਤੇ ਜਾ ਰਹੇ ਨੇ। ਅਲੱਗ-ਅਲੱਗ ਇੱਕ ਗਰੁੱਪ ਬਣਾਏ ਜਾਂਦੇ ਨੇ, ਅਲੱਗ-ਅਲੱਗ ਇੱਕ ਪੇਜਿਸ ਬਣਾਏ ਜਾਂਦੇ ਨੇ ਜੋ ਕਿ ਪਾਰਟੀ ਨੂੰ ਭਾਵੇਂ ਰਿਪਰੈਜ਼ੈਂਟ ਡਾਇਰੈਕਟਲੀ ਤੌਰ ਤੇ ਨਾ ਕਰਦੇ ਹੋਣ, ਬਟ ਫਿਰ ਵੀ ਜਿਹੜਾ ਉਹਨਾਂ ਦਾ ਮਕਸਦ ਹੈ, ਜਿਹੜਾ ਉਹਨਾਂ ਦਾ ਮੈਸੇਜ ਹੈ, ਉਹ ਉੱਥੇ ਜ਼ਰੂਰ ਸਾਹਮਣੇ ਪੇਸ਼ ਹੁੰਦਾ ਹੈ ਕਿ ਕਿਵੇਂ ਮੌਜੂਦਾ ਪਾਰਟੀ ਦੇ ਉੱਪਰ ਜਾਂ ਫਿਰ ਜਿਹੜੇ ਰਹਿ ਚੁੱਕੇ ਨੇ ਉਹਨਾਂ ਬਾਰੇ ਜਾਂ ਫਿਰ ਜਿਹੜੇ ਦਾਅਵੇਦਾਰੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਜੰਮ ਕੇ ਟਿੱਚਰਬਾਜ਼ੀ, ਮਜ਼ਾਕ, ਮੰਦੀ ਤੋਂ ਭੈੜੀ ਜਿਹੜੀ ਸ਼ਬਦਾਵਲੀ ਹੈ ਉਹ ਵਰਤੀ ਜਾ ਰਹੀ ਹੈ। ਆਮ ਵਿਅਕਤੀ ਨੂੰ ਪਤਾ ਚੱਲ ਹੀ ਜਾਂਦਾ ਕਿ ਜਿਹੜਾ ਪੇਜ ਹੈ ਕੌਣ ਆਪਰੇਟ ਕਰ ਰਿਹਾ। ਸੋ ਉਹ ਵੀ ਇੱਕ ਬੜੀ ਮਾੜੀ ਗੱਲ ਹੈ ਕਿ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਬਿਨਾਂ ਫੇਸ ਦਿਖਾ ਕੇ ਜਿਹੜੇ ਮੈਸੇजेस ਜਿਹੜੇ ਨੇ, ਜਿਹੜੇ ਸੰਦੇਸ਼ ਜਿਹੜੇ ਨੇ ਲੋਕਾਂ ਤੱਕ ਪਹੁੰਚਾਏ ਜਾ ਰਹੇ ਨੇ। ਸੋ ਦੁਬਾਰਾ ਉਸੇ ਮੁੱਦੇ ਤੇ ਗੱਲ ਕਰਦੇ ਹਾਂ ਤੇ ਕਲੀਅਰ ਸਾਹਿਬ ਤੁਸੀਂ ਕੀ ਕਹਿੰਦੇ ਹੋ ਕਿ ਕਿਵੇਂ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ? ਜੀ ਸਭ ਤੋਂ ਪਹਿਲਾਂ ਤਾਂ ਮੈਂ ਮੱਲੀ ਸਾਹਿਬ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਮੈਨੀਫੈਸਟੋ ਹੈ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਕਿਉਂਕਿ ਜਿੰਨਾ ਚਿਰ ਲੀਗਲ ਡਾਕੂਮੈਂਟ ਨਹੀਂ ਬਣੂਗਾ ਤਾਂ ਅਕਾਊਂਟੇਬਿਲਿਟੀ ਉਹਨਾਂ ਚਿਰ ਉਸ ਲੈਵਲ ਦੀ ਫਿਕਸ ਨਹੀਂ ਹੋ ਸਕੂਗੀ। ਔਰ ਜਿਹੜੀ ਗੱਲ ਤੁਸੀਂ ਸੋਸ਼ਲ ਮੀਡੀਆ ਦੀ ਕੀਤੀ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਅੱਜ ਦੇ ਦੌਰ ਦੇ ਵਿੱਚ ਅਗਰ ਰਾਜਨੀਤੀ ਨੂੰ ਸੁਧਾਰਨਾ ਹੈ ਤਾਂ ਇੱਕ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਇੱਕ ਰੈਗੂਲਰਾਈਜੇਸ਼ਨ ਦੇ ਤਹਿਤ ਲੈ ਕੇ ਆਉਣਾ ਪਊਗਾ, ਚਾਹੇ ਇਹ ਅਕਾਊਂਟਸ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਹੋਵੇ, ਕਿਉਂਕਿ ਇਹ ਬਹੁਤ ਫੇਕ ਜਿਹੜਾ ਏਜੰਡਾ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਚਲਾਇਆ ਜਾਂਦਾ। ਇਕੱਲਾ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਨਹੀਂ, ਤੁਸੀਂ ਦੇਖੋਗੇ ਕਿ ਕਈ ਵਾਰੀ ਇਹਨੂੰ ਪਰਸਨਲ ਹੈਂਡਲਸ ਤੋਂ ਕਿਸੇ ਪਰਸਨਲ ਵਿਅਕਤੀ ਵਿਸ਼ੇਸ਼ ਦੇ ਖਿਲਾਫ ਸਾਡੀਆਂ ਮਾਤਾਵਾਂ ਭੈਣਾਂ ਹੋਣ ਉਹਨਾਂ ਦੀਆਂ ਪੋਸਟਾਂ ਦੇ ਨੀਚੇ ਭੱਦੀ ਸ਼ਬਦਾਵਲੀ ਦੇ ਤੌਰ ਤੇ ਵੀ ਵਰਤਿਆ ਜਾਂਦਾ, ਜਿਹੜਾ ਕਿ ਨਾ ਤਾਂ ਪੰਜਾਬ ਲਈ, ਨਾ ਦੇਸ਼ ਲਈ, ਨਾ ਦੁਨੀਆ ਦੀ ਰਾਜਨੀਤੀ ਲਈ ਕੋਈ ਚੰਗੀ ਗੱਲ ਹੈ। ਸੋ ਇਹ ਜਿਹੜਾ ਫੇਕ ਅਕਾਊਂਟਸ ਫੇਸਬੁੱਕ ਤੇ ਬਣਦੇ ਨੇ, ਇੱਕ ਬੰਦਾ 50-50 ਆਈਡੀਆਂ ਚਲਾ ਰਿਹਾ ਹੈ, ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਕਾਨੂੰਨ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਇਹ ਫੇਕ ਪ੍ਰੋਪੇਗੈਂਡਾ ਹੈ ਇਹਦੇ ਕਿਸੇ ਤਰੀਕੇ ਨਾਲ ਬ੍ਰੇਕ ਲਾਈ ਜਾ ਸਕੇ, ਕਿਉਂਕਿ ਇਹ ਸਾਡੀ ਅਮਨ ਤੇ ਭਾਈਚਾਰਕ ਸਾਂਝ ਲਈ ਵੀ ਇੱਕ ਬਹੁਤ ਵੱਡਾ ਖਤਰਾ ਹੈ। ਔਰ ਇਸ ਖਤਰੇ ਨੂੰ ਸਾਨੂੰ ਅੱਜ ਹੀ ਭਾਂਪਣਾ ਚਾਹੀਦਾ ਹੈ, ਇਹ ਤੋਂ ਪਹਿਲਾਂ ਕਿ ਬਹੁਤ ਵੱਡਾ ਹਊਆ ਬਣ ਜੇ ਤੇ ਸਾਡੇ ਸੂਬੇ ਦੀ ਅਮਨ ਤੇ ਭਾਈਚਾਰਕ ਸਾਂਝ ਤੇ ਸਾਡੀ ਮਾਤਾਵਾਂ ਭੈਣਾਂ ਦੇ ਸਤਿਕਾਰ ਨੂੰ ਖਾ ਜਾਵੇ। ਜੀ, ਇੱਕ ਲਾਸਟ ਸਵਾਲ ਮੈਂ ਹੋਰ ਪੁੱਛ ਲਵਾਂ ਕਿ ਅਸੀਂ ਸਾਰਿਆਂ ਨੇ ਗੱਲ ਕੀਤੀ ਕਿ ਅਲੱਗ-ਅਲੱਗ ਪਾਰਟੀ ਦੇ ਅਲੱਗ-ਅਲੱਗ ਨੇਤਾਵਾਂ ਵੱਲੋਂ ਜਿਹੜੀ ਸ਼ਬਦਾਵਲੀ ਹੈ ਅਲੱਗ-ਅਲੱਗ ਵਰਤੀ ਗਈ ਹੈ। ਹਰ ਇੱਕ ਨੇ ਜਵਾਬ ਦਿੱਤਾ ਕਿ ਬਈ ਉਹ ਤਾਂ ਜਵਾਬ ਦਿੱਤਾ ਗਿਆ ਸੀਗਾ, ਬਈ ਉਹ ਤਾਂ ਜਿਹੜਾ ਜਵਾਬ ਸੀਗਾ ਉਹ ਤਾਂ ਦਿੱਤਾ ਗਿਆ ਕਿ ਬਈ ਉਹਨਾਂ ਨੇ ਪਹਿਲਾਂ ਕੁਝ ਆਖਿਆ ਹੋਣਾ, ਬਟ ਫਿਰ ਵੀ ਉਹ ਜਵਾਬ ਦੇ ਤਹਿਤ ਜਾਂ ਫਿਰ ਆਪਣੀ ਪਹਿਲ ਦੇ ਤਹਿਤ ਇੱਕ ਗਲਤ ਮੈਸੇਜ ਇਕੱਲੇ ਉਸ ਨੇਤਾ ਦਾ ਨਹੀਂ ਜਾ ਰਿਹਾ, ਪੂਰੀ ਦੀ ਪੂਰੀ ਪਾਰਟੀ ਦਾ ਜਾ ਰਿਹਾ। ਤੇ ਤੁਸੀਂ ਤਿੰਨੋਂ ਆਪਣੀ ਆਪਣੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਕਿ ਤੁਹਾਡੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਜਾਂ ਪਾਰਟੀ ਦੀ ਜਿਹੜੇ ਮੇਨ ਹਾਈ ਕਮਾਂਡ ਨੇ ਕਦੀ ਉਹਨਾਂ ਵੱਲੋਂ ਝਾੜ ਨਹੀਂ ਲਗਾਈ ਗਈ? ਕਿਉਂਕਿ ਅਸੀਂ ਤਾਂ ਕਦੀ ਨਹੀਂ ਦੇਖਿਆ ਕਿ ਹਾਂ ਵੀ ਜਿਹੜੇ ਮੇਨ ਜਿਹੜੇ ਪਾਰਟੀ ਦੇ ਹਾਈ ਕਮਾਂਡ ਨੇ, ਜਿਹੜੇ ਮੇਨ ਸੁਪਰੀਮ ਲੀਡਰ ਨੇ, ਉਹਨਾਂ ਨੇ ਆਪਣੇ ਹੀ ਨੇਤਾ ਨੂੰ ਕਿਸੇ ਨੂੰ ਕਿਹਾ ਹੋਵੇ ਕਿ ਬਈ ਜੋ ਤੂੰ ਸ਼ਬਦਾਵਲੀ ਵਰਤੀ ਆ ਉਹ ਬਹੁਤ ਮਾੜੀ ਆ। ਕਿ ਇਹੋ ਜਿਹਾ ਸਿਸਟਮ ਵੀ ਹੋਣਾ ਚਾਹੀਦਾ ਕਿ ਹਾਂ ਵੀ ਉੱਤਲੇ ਬੰਦੇ ਵੀ ਬੋਲਣ ਕਿ ਤੂੰ ਜੋ ਗੱਲ ਕਰ ਰਿਹਾ ਉਹ ਮਾੜੀ ਗੱਲ ਹੈ। ਲਾਸਟ ਸਵਾਲ ਮੇਰਾ ਹੋਏਗਾ ਤੇ ਇੱਕ ਮਿੰਟ ਦਾ ਹੀ ਪੁੱਛੂੰਗਾ ਮੈਂ। ਪੱਲਾ ਸੌਰ ਜੀ ਕੀ ਕਹਿੰਦੇ ਹੋ? ਇਹ ਮੋਹਿਤ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਸਵੈ ਜਾਬਤੇ ਦੀ ਗੱਲ ਹੈ। ਇਹ ਸਵੈ ਜਾਬਤਾ ਪਹਿਲਾਂ ਜਿਸ ਬੰਦੇ ਨੇ ਬੋਲਿਆ ਉਹਦੇ ਤੇ ਵੀ ਲਾਗੂ ਹੁੰਦਾ, ਉਸ ਤੋਂ ਬਾਅਦ ਉਹ ਜਿਸ ਪਾਰਟੀ ਨੂੰ, ਜਿਸ ਆਰਗੇਨਾਈਜੇਸ਼ਨ ਨੂੰ ਲੀਡ ਕਰ ਰਿਹਾ ਉਹਦੇ ਤੇ ਵੀ ਲਾਗੂ ਹੁੰਦਾ, ਸਮਾਜ ਤੇ ਵੀ ਲਾਗੂ ਹੁੰਦਾ। ਇਸ ਕਰਕੇ ਸਵੈ ਜਾਬਤੇ ਦੇ ਵਿੱਚ ਹਰੇਕ ਨੂੰ ਹੀ ਰਹਿਣਾ ਚਾਹੀਦਾ। ਲੇਕਿਨ ਪਾਰਟੀਆਂ ਦੇ ਵਿੱਚ ਪਾਰਟੀਆਂ ਦਾ ਇੱਕ ਆਪਣਾ ਸਿਸਟਮ ਹੈ, ਉਸ
ਜਿਹੜਾ ਵੀ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਇਸ ਤਰ੍ਹਾਂ ਦਾ ਬਿਆਨ ਦੇਤਾ, ਉਹਨੂੰ ਕਿਸ ਤਰੀਕੇ ਨਾਲ ਲਿਆ ਗਿਆ ਤੇ ਉਹਦੇ ਅਗੇਂਸਟ ਕੋਈ ਗੱਲ ਕੀਤੀ ਗਈ ਹੈ ਜਾਂ ਉਹਦੀ ਫੇਵਰ 'ਚ ਕੋਈ ਗੱਲ ਕੀਤੀ ਗਈ ਹੈ, ਇਹਨੂੰ ਮੇਰਾ ਖਿਆਲ ਹੈ ਪਬਲਿਕਲੀ ਨਾ ਕੋਈ ਲਿਆਉਣਾ ਚਾਹੁੰਦਾ ਤੇ ਨਾ ਇਹ ਆ ਹੀ ਸਕਦਾ ਤੇ ਨਾ ਇਹ ਪਾਰਟੀਆਂ ਦੇ ਪ੍ਰੋਗਰਾਮ ਦੇ ਵਿੱਚ ਹੀ ਹੁੰਦਾ। ਇਸ ਕਰਕੇ ਸਵੈ ਜਾਬਤਾ ਸਿਰਫ ਸਿਆਸੀ ਵਿਅਕਤੀ ਤੇ ਨਹੀਂ, ਆਮ ਸਧਾਰਨ ਸਮਾਜਿਕ ਵਿਅਕਤੀ ਤੇ ਵੀ ਸਵੈ ਜਾਬਤੇ ਦੀ ਗੱਲ ਹੋਣੀ ਚਾਹੀਦੀ ਹੈ। ਜਿਵੇਂ ਕਲੇਰ ਸਾਹਿਬ ਨੇ ਗੱਲ ਕੀਤੀ ਹੈ, ਅਸੀਂ ਉਹ ਸਮਾਜ ਦੇ ਵਿੱਚ ਰਹਿ ਰਹੇ ਹਾਂ ਜਿਸ ਸਮਾਜ ਦੇ ਵਿੱਚ ਸਤਿਕਾਰ ਭੈਣਾਂ ਮਾਵਾਂ ਭੈਣਾਂ ਦਾ ਸਾਰਿਆਂ ਦਾ ਹੁੰਦਾ, ਭਾਵੇਂ ਉਹ ਸੋਸ਼ਲ ਮੀਡੀਆ ਦੇ ਵਿੱਚ ਹੈ, ਭਾਵੇਂ ਉਹ ਪ੍ਰਿੰਟ ਮੀਡੀਆ ਦੇ ਵਿੱਚ ਹੈ, ਭਾਵੇਂ ਉਹ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਹੈ, ਕਿਉਂਕਿ ਅੱਜ ਕੱਲ ਮੀਡੀਆ ਦਾ ਹਰ ਪੋਰਸ਼ਨ ਹਰ ਬੰਦੇ ਦੀ ਅਪਰੋਚ ਦੇ ਵਿੱਚ ਹੈ। ਇਸ ਕਰਕੇ ਸਾਨੂੰ ਸਵੈ ਜਾਬਤੇ ਦੇ ਨਾਲ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਚਾਹੀਦਾ ਹੈ। ਬੜੀ ਇੱਕ ਛੋਟੀ ਜੀ ਗੱਲ ਕਿ ਜਿਹੜੀ ਗੱਲ ਮੈਂ ਕਰ ਰਿਹਾ ਕਿ ਜੇ ਮੇਰੇ ਪਰਿਵਾਰ ਤੇ ਲਾਗੂ ਹੁੰਦੀ ਹੋਵੇ ਤੇ ਚੰਗੀ ਲੱਗਦੀ ਹੈ। ਜਾਬਤਾ ਇੰਨਾ ਹੀ ਹੁੰਦਾ ਬਸ। ਜੀ, ਬਾਕੀ ਮੈਨੂੰ ਲੱਗਦਾ ਕਿ ਜਿਹੜੇ ਬਾਕੀ ਸਾਡੇ ਜਿਹੜੇ ਦੋ ਨੁਮਾਇੰਦੇ ਨੇ ਉਹ ਵੀ ਇਸ ਗੱਲ ਨਾਲ ਪੂਰਾ ਸਹਿਮਤ ਹੋਣਗੇ ਕਿ ਸਵੈ ਜਾਬਤਾ ਅਗਰ ਜੇਕਰ ਬੰਦੇ 'ਚ ਆ ਜਾਂਦੀ ਹੈ ਤਾਂ ਹਰ ਕੋਈ ਇਨਸਾਨ ਇਹੋ ਜਿਹੀ ਜਿਹੜੀ ਸ਼ਬਦਾਵਲੀ ਉਹ ਬਿਲਕੁਲ ਨਹੀਂ ਵਰਤੇਗਾ। ਸੋ ਜਿਹੜਾ ਅੱਜ ਦਾ ਸਾਡਾ ਜਿਹੜਾ ਮੁੱਦਾ ਰਿਹਾ, ਬਿਲਕੁਲ ਸਕਾਰਾਤਮਕ ਵਿਚਾਰ ਚਰਚਾ ਸੀ, ਸਾਰੇ ਲੋਕਾਂ ਨੇ ਕੀਤੀ ਹੈ ਤੇ ਇੱਕ ਕੋਸ਼ਿਸ਼ ਸਾਡੀ ਇਹੀ ਰਹੇਗੀ, ਤੁਹਾਡੀ ਵੀ ਸਾਰੀ ਇਹੀ ਰਹੇਗੀ ਕਿ ਇੱਕ ਵਧੀਆ ਸਿਸਟਮ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਦੇ ਸਕੀਏ ਤਾਂ ਜੋ ਜਿਹੜੀ ਗਲਤ ਪਰਿਭਾਸ਼ਾ ਅਸੀਂ ਬਣਾ ਚੁੱਕੇ ਪਿਛਲੇ ਕੁਝ 2-3 ਦਹਾਕਿਆਂ ਤੋਂ ਕਿ ਗਲਤ ਪਰਿਭਾਸ਼ਾ ਕਿ ਹਾਂ ਵੀ ਜਿਹੜੇ ਕਿਸੇ ਬਾਰੇ ਕੁਝ ਵੀ ਬੋਲ ਦੋ, ਉਹ ਚੀਜ਼ ਚੇਂਜ ਹੋਵੇ ਤਾਂ ਜੋ ਇੱਕ ਵਧੀਆ ਸਿਸਟਮ ਬਣੇ, ਲੋਕਾਂ ਦੀਆਂ ਜਿਹੜੀ ਸਮੱਸਿਆਵਾਂ ਨੇ ਉਹਨਾਂ ਬਾਰੇ ਜ਼ਿਕਰ ਹੋਵੇ, ਸਾਰੀਆਂ ਪਾਰਟੀਆਂ ਰਲ ਕੇ ਗੱਲ ਕਰਨ ਕਿ ਹਾਂ ਵੀ ਵਾਕਈ ਗੱਲ ਹੈ ਮਾੜੀ ਹੈ ਐਂਡ ਇਸ ਦਾ ਸੋਲੂਸ਼ਨ ਲੱਭੀਏ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ। ਸੋ ਮੈਂ ਅੰਤ ਦੇ ਵਿੱਚ ਸਾਰੇ ਜਿਹੜੇ ਦੋ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਧੰਨਵਾਦ ਤੁਹਾਡਾ ਅੱਜ ਇਸ ਪ੍ਰੋਗਰਾਮ ਜੁੜਨ ਦਾ।